your host, Gary Singh Garewal from Los Angeles, California. Welcome to all participants from Canada and USA in our very hot topic today. Modi ji humble towards Sikhs. Prime Minister Modi ने होस्ट किया 2 दिन पहला डेलीगेट को 34 लीडर्स ਨੂੰ ਉਹਨਾਂ ਨੇ ਇਨਵਾਈਟ ਕੀਤਾ ਜਿਹੜੇ ਕਿ ਸੰਤ ਸਮਾਜ ਚ ਨੇ, ਮਹੰਤ ਨੇ, ਡੇਰਾ ਬਾਬਾ ਦੇ ਉਹਨਾਂ ਚ ਐਸੋਸੀਏਸ਼ਨ ਚ ਨੇ। ਉਹਨਾਂ ਨੇ ਫੈਬਰੂਅਰੀ 18 ਨੂੰ ਹੋਸਟ ਕੀਤਾ ਸੀ ਆਪਣੇ ਘਰ ਜਿੱਥੇ ਮੋਦੀ ਰਹਿੰਦੇ ਆ। ਔਰ ਮੋਦੀ ਜੀ ਨੇ ਇਸ ਖੁਸ਼ੀ ਦੇ ਵਿੱਚ ਆਪਣੇ ਆਪ ਨੂੰ ਕਹਿ ਕੇ ਮੈਨੂੰ ਬੜੀ ਅੱਛੀ ਸੇਵਾ ਦਾ ਮੌਕਾ ਮਿਲਿਆ ਕਿ ਸਿੱਖ ਗੁਰੂਆਂ ਨੇ ਮੇਰੇ ਤੇ ਕਿਰਪਾ ਕੀਤੀ ਆ। ਚਲੋ ਦੂਸਰੇ ਨੰਬਰ ਤੇ ਮੋਦੀ ਜੀ ਨੇ ਹੋਰ ਵੀ ਗੱਲ ਕਹੀ ਆ ਕਿ ਸਿੱਖ ਨੂੰ ਜਿਹੜੀ ਸਪਿਰਿਟ ਦੀ ਸਰਵਿਸ ਦੀ ਨੀਡ ਹੈਗੀ ਆ ਕਿ ਗਲੋਬਲ ਪਪੂਲੈਰਿਟੀ ਦੀ ਜ਼ਰੂਰਤ ਹੈਗੀ ਆ। ਜਿਹੜਾ ਕਿ ਮੈਂ ਡਿਕਲੇਅਰ ਕੀਤਾ ਹੈਗਾ ਦਸੰਬਰ 26 ਵੀਰਵਾਲ ਦਿਵਸ ਆ ਜਿਹੜਾ ਉਹ ਮੈਂ ਕੀਤਾ ਸੀ, ਜਿਹੜਾ ਕਿ ਸਾਹਿਬਜ਼ਾਦੇ ਸੀਗੇ ਉਹਨਾਂ ਨੂੰ ਪਪੂਲਰ ਕਰਨ ਦੀ ਖਾਤਰ ਵਰਲਡ ਵਾਈਡ ਆਈ ਲਾਈਕ ਟੂ ਬੀ ਪ੍ਰਮੋਟ ਵਰਲਡ ਵਾਈਡ ਜਿੰਨੇ ਵੀ ਆਪਣੇ ਹੈਗੇ ਨੇ। ਤੇ ਸੈਕੰਡਲੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਬਾਬਾ ਜੀ ਨੂੰ ਉੱਥੋਂ ਅਫਗਾਨਿਸਤਾਨ ਤੋਂ ਵੀ ਲੈ ਕੇ ਆਂਦਾ ਹੈਗਾ। ਆਈ ਟਰਾਈ ਟੂ ਹੈਲਪ ਇਟ। ਕਰਤਾਰ ਸਾਹਿਬ ਦਾ ਜਿਹੜਾ ਮੈਂ ਕੋਰੀਡੋਰ ਸੀਗਾ ਉਹ ਵੀ ਮੈਂ ਉਹਦੇ ਵਿੱਚ ਸਪੋਰਟ ਕੀਤੀ ਆ ਟੂ ਓਪਨਿੰਗ ਇਟ। ਇਹ ਮੇਰਾ ਆਪਣੇ ਆਪ ਨੂੰ ਕੋਸ਼ਿਸ਼ ਹੈਗੀ ਆ ਕਿ ਮੈਂ ਸਿੱਖਾਂ ਦੀ ਪੂਰੀ ਮਦਦ ਕਰਾਂ। ਮੈਂ ਇੱਕ ਆਈ ਬਿਲੋਂਗ ਟੂ ਬੀ ਸਿੱਖ ਫੈਮਿਲੀਜ਼ ਲਾਈਕ ਦੈਟ। 84 ਦੇ ਵਿੱਚ ਕਿਲਿੰਗ ਦੇ ਵਿੱਚ ਵੀ ਮੈਂ ਪਨਿਸ਼ਮੈਂਟ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ, ਕੁਝ ਲੋਕਾਂ ਨੂੰ ਹੋਈ ਆ। GST ਦੇ ਵਿੱਚ ਜਿਹੜੀ ਲੰਗਰ ਸੀਗਾ ਉਹ ਵੀ ਮੈਂ ਕੋਸ਼ਿਸ਼ ਕੀਤੀ ਹੈ ਲੰਗਰ ਦੇ ਵਿੱਚ ਕੋਈ ਵੀ GST ਨਾ ਲੱਗੇ। ਸਕ੍ਰੈਪ ਕੀਤਾ ਹੈਗਾ, ਬਲੈਕ ਲਿਸਟ ਪਿੱਛੇ ਜੇ ਕੀਤੇ ਸੀ ਉਹਨਾਂ ਨੇ, ਬਿਲਕੁਲ ਠੀਕ ਕਹਿ ਰਹੇ ਨੇ। ਹੁਣ ਕੁਛ ਕੁਐਸਚਨ ਆਉਂਦੇ ਨੇ, ਕੋਈ ਜ਼ਿਆਦਾ ਕਿਸਾਨ ਮੂਵਮੈਂਟ ਕਰਕੇ ਪਿਛਲੀ ਚੱਲੀ ਆਉਂਦੀ ਹੈ, ਕੋਈ ਰਿਫਟ ਚੱਲੀ ਆਸ ਵਿੱਚ। ਕੁਛ ਲੋਕ ਜਿਹੜੇ ਜਾਂ ਆਪੋਜੀਸ਼ਨ ਕਹਿ ਵਾਲੇ ਕਹਿ ਸਕਦੇ ਹੋ ਜਾਂ ਦੂਸਰੇ ਕਹਿੰਦੇ ਉਹ ਪੁੱਛ ਰਹੇ ਆ ਕਿ ਇਜ਼ ਮੋਦੀ ਰੀਅਲੀ ਬਿਕਮਿੰਗ ਏ ਹੰਬਲ ਟੂਵਰਡ ਸਿੱਖਸ to promote Sikhs after repealing 3 formulas on the event of Guru Nanak Gurpurab. Some people also raised a question. It is just a maybe political stunt Modi is doing. We don't know for 24 election. Anyway, a lot of people raised it. So that's the reason we are sitting here as a NRI, very professional people, proud of that from US and Canada. And we can put our views how we can bring community together. मैं शुरू करांगा आज मैं कपूर साहब तो शुरू करांगा। कपूर साहब जी, you use the word political stunt. I think I agree with that. ये अपने इलेक्शन का टाइम है। इलेक्शन के टाइम ਦੇ ਉੱਤੇ कहना बहुत सारियां unexpected चीज़ां भी हो जानी है। बिल्कुल। Elections fever is there. And let us not forget that whether he humble है या नहीं है, that's a different question. But first and foremost, he's a politician. And he's a very skilled politician. He knows what move to make at what time. Because of the election that is taking place in Punjab and other places. So he really wants to, no doubt, influence the voting. ਤੇ ਇਸ ਕਰਕੇ ਜਿਹੜਾ ਉਹਨਾਂ ਨੇ ਕਹਿੰਦੇ ਕੀਤਾ, ਬਾਕੀ ਜੋ ਕੁਝ ਕੀਤਾ ਹੈ ਤਾਂ ਬੜਾ ਅੱਛਾ ਹੈ। ਕਿਉਂਕਿ ਸਾਹਿਬਜ਼ਾਦਿਆਂ ਦੇ ਬਾਰੇ ਤੇ ਉਹਨਾਂ ਨੇ ਜਿਹੜਾ ਕੀਤਾ ਹੈ ਨਾ, ਦੈਟਸ ਇੱਕ ਮਿੰਟ, ਸਾਹਿਬਜ਼ਾਦਿਆਂ ਦੇ ਬਾਰੇ ਚ ਆਪਣੇ ਉਹ ਬੜੀ ਅੱਛੀ ਚੀਜ਼ ਕੀਤੀ ਉਹਨਾਂ ਨੇ। ਬਾਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਿਹੜਾ ਕੀਤਾ ਉਹ ਵੀ ਅਫਗਾਨਿਸਤਾਨ ਦਾ, ਉਹ ਵੀ ਬੜੀ ਅੱਛੀ ਨੇਕ ਚੀਜ਼ ਹੈ। ਤੇ ਇਹਦਾ ਟਾਈਮਿੰਗ ਜਿਹੜਾ ਹੈ ਨਾ, oh, that is very important. क्योंकि election आ रही है तो उसी वजह करके I think he probably will do something more also to give us a surprise. Yeah. So this is what my feeling is. He's a politician first and foremost. He is certainly going to do things which help his party to stay in power. ये मेरा ये विचार है कि भी है सत्ता ਦੇ ਬਾਰੇ ਜਿਹੜੀ ਹੈ, ਪਾਵਰ ਜਿਹੜੀ ਹੈ, he is very much a very clever politician, very skilled politician, and also very mature also at the same time. So this is what my feelings are. Okay. बहुत अच्छे तरीके ਨਾਲ ਤੁਸੀਂ ਵਿਰਾਜਤਰੇ ਹਰਮੇਸ਼ ਜੀ ਕੁਮਾਰ ਸਾਹਿਬ, ਡਾਕਟਰ ਸਾਹਿਬ ਜੀ ਪ੍ਰਿਜ਼ਨੋ ਤੋਂ। ਹਾਂਜੀ, ਕਪੂਰ ਸਾਹਿਬ ਨੇ ਬੜਾ ਪਹਿਲਾਂ ਹੀ
ਸ਼ੁਰੂਆਤ ਦੇ ਵਿੱਚ ਕਹਿਤਾ ਵੀ ਇਟਸ ਅ ਪੋਲੀਟੀਕਲ ਸਟੰਟ, ਲੇਕਿਨ ਮੈਂ ਕਹਾਂਗਾ ਵੀ ਦੇਰ ਇਜ਼ नो ਕੁਐਸਚਨ ਵੀ ਜਿਹੜੇ ਕੰਮ ਕੀਤੇ ਨੇ ਮੋਦੀ ਸਾਹਿਬ ਨੇ, ਈਵਨ ਦੋ ਆਈ ਰਿਪਰੈਜ਼ੈਂਟ ਕਾਂਗਰਸ, ਬਾਲ ਦਿਵਸ ਦੀ ਗੱਲ ਕੀਤੀ ਹੈ, ਕਰਤਾਰਪੁਰ ਲਾਂਘੇ ਦੀ ਗੱਲ ਕੀਤੀ ਹੈ, ਅਫਗਾਨਿਸਤਾਨ ਤੋਂ ਗੁਰੂ ਮਹਾਰਾਜ ਦੀ ਬੀੜ ਦੀ ਗੱਲ ਕੀਤੀ ਹੈ, ਅਫਗਾਨਿਸਤਾਨ ਤੋਂ ਸਿੱਖਾਂ ਨੂੰ ਇੰਡੀਆ ਲਿਆਏ ਤਾਲਿਬਾਨ ਦੇ ਰੂਲ ਤੋਂ ਕੱਢਣ ਦੇ ਲਈ। ਲੇਕਿਨ ਪੋਲੀਟੀਕਲੀ ਟਾਈਮਿੰਗ ਜਿਹੜੀ ਹੈਗੀ ਹੈ ਨਾ ਇਸ ਚੀਜ਼ ਦੀ, ਅੱਜ ਤੋਂ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਬੀਜੇਪੀ ਦਾ ਕੋਈ ਵੀ ਮੈਂਬਰ ਪੰਜਾਬ 'ਚ ਜਾਂਦਾ ਸੀ ਤਾਂ ਲੋਕ ਇੰਨਾ ਪ੍ਰੋਟੈਸਟ ਕਰਦੇ ਸੀ, ਉਹਨਾਂ ਦੀ ਪ੍ਰੈਜ਼ੈਂਸ ਵੀ ਏਦਾਂ ਲੱਗਦੀ ਸੀ ਕਿ ਜਿੱਦਾਂ ਕੋਈ ਪੁਰਾਣੇ ਜ਼ਮਾਨੇ ਦਾ ਛੂਤ ਆ ਗਿਆ ਤਾਂ ਪਰੇ ਹੋ ਜਾਓ। ਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹੁਣ 3 ਮਹੀਨਿਆਂ ਦੇ ਵਿੱਚ ਕਿੱਦਾਂ ਚੇਂਜ ਹੋ ਗਈਆਂ। ਇਹ ਮੋਦੀ ਸਾਹਿਬ ਜਿਹੜੇ ਹੈਗੇ ਨੇ, ਜਿਸ ਤਰ੍ਹਾਂ ਇਹਨੇ ਕਿਹਾ ਕਿ ਹੀ ਇਜ਼ ਅ ਗ੍ਰੇਟ ਪੋਲੀਟੀਸ਼ੀਅਨ, ਹੀ ਇਜ਼ ਅ ਗ੍ਰੇਟ ਓਰੇਟਰ and he's a great artist too. And he could be very creative, and the team he has from the very beginning, if you look at the factitious Pandit culture in India, why I call factitious, ਜਿਹੜੇ real Pandit ਆ ਉਹ ਤਾਂ ਵਿਚਾਰੇ ਬੋਲਦੇ ਨਹੀਂ। I'm talking about ਜਿਹੜੇ ਨਕਲੀ ਪੰਡਤ ਨੇ, ਉਹ ਸਾਰੇ ਨਕਲੀ ਪੰਡਤ ਜਿਹੜੇ ਹੈਗੇ ਆ ਇਹਦੀ ਟੀਮ ਦੇ ਵਿੱਚ ਨੇ। ਐਂਡ ਉਹ ਸਾਰੇ ਦੇ ਸਾਰੇ ਇੱਕ ਤਾਂ ਇਹਨੇ ਕਾਊਂਟਰ ਕਰਨਾ ਸੀ ਕਾਂਗਰਸ ਦੇ ਕਲਚਰ ਨੂੰ। ਜੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਡੇਰਿਆਂ ਵਿੱਚ ਜਾਂਦੇ ਨੇ, ਠੀਕ ਹੈ ਜੀ, ਉਹ ਕਾਂਚੀ ਦੇ ਵਿੱਚ ਜਾ ਕੇ ਲੰਗਰ ਵਰਤਾਉਂਦੇ ਨੇ। ਸੋ ਹੀ ਹੈਜ਼ ਟੂ ਕਾਊਂਟਰ ਦੈਟ ਪਾਲਿਸੀ। He has to give some semblance that he's the real a person that he want to really help unite the community, but it is the political gimmick, no question about it. And the timing, why 2 days before the Punjab election? You know, all these Sant Samajes have been there for centuries, and he has been in power for 7-8 years. Why now during the Punjab election? So those things we need to, but the work he is doing, some of these tasks he had mentioned, I think that they are good for the community overall, and we appreciate those good community gestures. But politically, I think we need to look into it. Thank you very much, Kumar ji. ਹੁਣ ਚੀਮਾ ਸਾਹਿਬ ਤੁਹਾਡੇ ਤੇ ਮੈਂ ਆਉਣਾ, ਆਪਣੇ ਲਾਇਰ ਸਾਹਿਬ from Canada, ਚੀਮਾ ਜੀ। ਹਾਂਜੀ ਸਰ, ਥੈਂਕ ਯੂ। ਬੜਾ ਸੋਹਣਾ ਕਿਹਾ ਹੈਗਾ ਡਾਕਟਰ ਸਾਹਿਬ ਨੇ ਵੀ ਤੇ ਕਪੂਰ ਸਾਹਿਬ ਨੇ। ਮੇਰਾ ਖਿਆਲ GST ਸਮ ਅਪ ਤਾਂ ਇਹੀ ਨਿਕਲਦਾ ਤੁਹਾਡੇ ਕੁਐਸਚਨ ਦਾ ਜਾਂ ਟੌਪਿਕ ਦਾ, ਕਿ ਜਿਹੜੇ ਜੈਸਚਰ ਉਹਨਾਂ ਨੇ ਸ਼ੋਅ ਕੀਤੇ ਨੇ ਉਹ ਚੰਗੇ ਕੀਤੇ ਨੇ, ਉਹਦੇ ਵਾਸਤੇ ਥੈਂਕਫੁਲ ਵੀ ਹੈ, ਹੋਣਾ ਵੀ ਚਾਹੀਦਾ ਹੈਗਾ। ਪਰ ਜਿੱਥੋਂ ਟਾਈਮਿੰਗ ਦੀ ਗੱਲ ਹੈਗੀ ਹੈ ਜਾਂ ਉਹਨਾਂ ਦੀ ਪਰਪਸ ਕੀ ਹੈਗਾ ਇਹਦੇ ਪਿੱਛੇ, ਉਹ ਤਾਂ ਟੋਟਲੀ ਪੋਲੀਟੀਕਲ ਹੈਗਾ, ਕਿਉਂਕਿ ਉਹਨਾਂ ਵਾਸਤੇ ਸਿਰਫ ਵੋਟ ਔਰ ਪੋਲਿਟਿਕਸ ਤੋਂ ਇਲਾਵਾ ਹੋਰ ਕੁਛ ਨਹੀਂ ਹੈਗਾ। ਹਰ ਥਾਂ ਤੇ ਕਿਹੜਾ ਕਮੈਂਟ ਦੇਣਾ, ਕਿਹੜਾ ਈਵੈਂਟ ਆਰਗੇਨਾਈਜ਼ ਕਰਨਾ, ਉਹ ਸਿਰਫ ਉਸੇ ਨੂੰ ਧਿਆਨ 'ਚ ਰੱਖ ਕੇ ਕੀਤਾ ਨਾ। ਇੱਥੇ ਵੀ ਜਿਹੜਾ ਮੇਨ ਫੋਕਸ ਹੈ, ਦੇ ਆਰ ਟਰਾਈਂਗ ਟੂ ਥਰੋ ਐਵਰੀਥਿੰਗ, ਜੋ ਕੁਝ ਵੀ ਸੋਚ ਸਕਦਾ, ਜਿਸ ਤਰ੍ਹਾਂ ਉਹਨੇ ਬੰਗਾਲ 'ਚ ਕੀਤਾ ਸੀ ਇੱਥੇ ਸਭ ਕੁਝ ਕਰਨਗੇ। ਪਰ ਮੇਨ ਪਰਪਸ ਅੱਜ ਦੀ ਇਲੈਕਸ਼ਨ ਨਹੀਂ, ਮੇਨ ਪਰਪਸ ਤਾਂ 24 ਹੀ ਹੈ। ਪਰ ਉਹ ਜੇ ਇੱਥੇ ਵੀ ਕੁਝ ਗੇਨ ਕਰਕੇ ਜਾਣਗੇ ਤਾਂ ਉਹਦਾ ਵਾਈਡਰ ਇੰਪੈਕਟ ਪਏਗਾ। ਔਰ ਜਿਵੇਂ ਕੰਡੀਸ਼ਨਾਂ ਜਾਂ ਸਿਚੁਏਸ਼ਨ ਦਿਸ ਰਹੀ ਹੈ, ਤੇ ਆਈ ਥਿੰਕ ਹੀ ਇਜ਼ ਦਾ ਵਿਨਰ। ਮੈਂ ਤਾਂ ਇਹ ਕਹਾਂਗਾ ਜਿਹੜੇ ਮਰਜ਼ੀ ਤਰੀਕੇ ਕੀਤੇ ਵਿਨਰ ਤਾਂ ਹੋਏਗਾ, ਕਿਉਂਕਿ ਇਨ ਕੇਸ ਕੋਈ ਪਾਰਟੀ ਨਹੀਂ ਲੈ ਕੇ ਜਾਂਦੀ ਮੈਜੋਰਟੀ, even 5 or 10 short of majority, he will be ruling it. ਬਾਕੀ ਇਹ ਪੋਲਿਟਿਕਸ ਹੈ, ਸਭ ਤੋਂ ਕੀ ਹੈ ਕਿੱਥੇ ਕਿੱਥੇ ਕਿਹੜੇ ਸਟੇਟਮੈਂਟਾਂ ਦਿੰਦਾ, ਉਹਦਾ ਆਪਾਂ ਸਿਗਨੀਫਿਕੈਂਸ ਦੇ ਸਕਦੇ ਹਾਂ। ਉਹਦਾ ਕਿਸੇ ਰਿਲੀਜਨ ਨਾਲ ਜਾਂ ਕਿਸੇ ਕਮਿਊਨਿਟੀ ਨੂੰ ਸਰਵ ਕਰਨ ਦਾ ਮਤਲਬ ਨਹੀਂ। ਹੰਬਲਨੈਸ ਵੀ ਉਹ ਸ਼ੋਅ ਕਿੱਥੇ ਕਰਨੀ, ਉਸ ਹਿਸਾਬ ਨਾਲ ਹੀ ਦਿਖਾਉਂਦੇ ਨੇ। ਅਦਰਵਾਈਜ਼ ਉਹ ਤਾਂ ਈਗੋਇਸਟ ਹੈਗਾ, ਬੜਾ ਹਾਰਡ ਪਰਸਨ ਹੈਗਾ। ਹੰਬਲਨੈਸ, ਹਾਂ, ਪਬਲਿਕਲੀ ਜੋ ਵੀ ਡਰਾਮਾ ਕਰਨਾ ਹੈਗਾ, ਹੀ ਇਜ਼ ਅ ਡਰਾਮਾ ਪਰਸਨ, ਆਈ ਵੁੱਡ ਸੇ। He must say this is so great. Dr. Praveen ji, sir from Los Angeles. ਹਾਂਜੀ, I have a different take on this. Politics ਜ਼ਰੂਰ ਹੈਗਾ ਵੈ, ਹਰੇਕ ਪੋਲੀਟੀਸ਼ੀਅਨ ਕਰਦਾ ਹੈ, ਚਾਹੇ ਤੁਸੀਂ ਪ੍ਰਿਯੰਕਾ ਗਾਂਧੀ ਨੂੰ ਲੈ ਲਓ, ਚਾਹੇ ਰਾਹੁਲ ਨੂੰ ਲੈ ਲਓ, ਕਿਸੇ ਨੂੰ ਵੀ ਲੈ ਲਓ।
ਹਾਂਜੀ ਇਲੈਕਸ਼ਨ ਦੇ ਟਾਈਮ ਤੇ ਹਰੇਕ ਜਾਣੇ ਪੋਲੀਟੀਕਲ ਸਟੇਟਮੈਂਟਸ ਕਰਦੇ ਨੇ। ਮੇਰਾ ਟੇਕ ਇਹ ਹੈਗਾ ਵੈ ਕਿ ਮੋਦੀ ਗਵਰਨਮੈਂਟ ਨੂੰ ਇਸ ਵੇਲੇ ਮਹਿਸੂਸ ਹੋ ਰਿਹਾ ਕਿ ਪੰਜਾਬ ਦੇ ਵਿੱਚ ਐਕਸਟਰਨਲ ਇੰਟਰਫੀਅਰੈਂਸ ਬਹੁਤ ਹੋ ਰਹੀ ਹੈ, ਔਰ ਐਸਪੈਸ਼ਲੀ ਨਾਰਥ ਅਮਰੀਕਾ ਤੋਂ, ਕੈਨੇਡਾ ਤੋਂ, ਪਾਕਿਸਤਾਨ ਤੋਂ, ISI ਤੋਂ। ਸੋ ਅਗਰ ਅਸੀਂ ਕਹਿੰਦੇ ਆ ਨਾ ਕਿ ਬਈ ਕਸ਼ਮੀਰ, ਅਗਰ ਅਸੀਂ ਕਹਿੰਦੇ ਆ ਕਿ ਇੰਡੀਆ ਦਾ ਤਾਜ ਹੈਗਾ ਵੈ, ਤੇ ਉਹ ਹਿਸਾਬ ਦੇ ਨਾਲ ਜਿਹੜਾ ਪੰਜਾਬ ਹੈਗਾ ਉਹ ਇੰਡੀਆ ਦੀ ਗਰਦਨ ਹੈ। ਤੇ ਉਹ ਗਰਦਨ ਜਿੱਥੇ ਹਿਲਾਊਗਾ ਉੱਥੇ ਉਹ ਕਸ਼ਮੀਰ ਵਗੈਰਾ ਜਾਊਗਾ। ਇੰਡੀਆ, ਪੰਜਾਬ ਇਜ਼ ਐਨ ਇੰਟੈਗਰਲ ਪਾਰਟ ਆਫ ਇੰਡੀਆ, ਵੈਰੀ ਇੰਪੋਰਟੈਂਟ ਟੂ ਇੰਡੀਆ। ਪੰਜਾਬ ਦੇ ਬਗੈਰ ਇੰਡੀਆ ਨਹੀਂ ਹੈਗਾ, ਔਰ ਇੰਡੀਆ ਦੇ ਬਗੈਰ ਪੰਜਾਬ ਨਹੀਂ ਹੈਗਾ। ਉਹਨਾਂ ਦੀ ਸੋਚ ਜਿਹੜੀ ਹੈਗੀ ਨਾ ਲੰਬੀ ਹੈਗੀ ਹੈ। ਉਹ ਕਰ ਰਹੇ ਨੇ ਰਾਦਰ ਦੈਨ ਹੈਵਿੰਗ ਅ ਕਨਫਰੰਟੇਸ਼ਨ ਵਿਦ ਦ ਸਿੱਖ ਕਮਿਊਨਿਟੀ, ਉਹ ਉਹਨਾਂ ਨੂੰ ਕਹਿ ਰਹੇ ਨੇ ਕਿ ਬਈ ਅਸੀਂ ਹਿਊਮਿਲਿਟੀ ਦੇ ਨਾਲ ਜਿਹੜੀਆਂ ਗਲਤੀਆਂ ਕੀਤੀਆਂ ਹੈਗੀਆਂ ਉਹਨਾਂ ਨੂੰ ਅਸੀਂ ਮੰਨਦੇ ਹਾਂ। ਜਿਹੜੀ ਅੱਗੇ ਜਾ ਕੇ ਇਹਨੂੰ ਕਿੱਦਾਂ ਕਮਿਊਨਿਟੀ ਨੂੰ ਇੱਕ ਰੱਖਣਾ, ਤਾਂ ਕਿ ਉੱਥੇ ਮੁੜ ਕੇ ਜਿੱਦਾਂ ਪਿਛਲੀ ਦਫਾ ਉੱਥੇ ਹੋਇਆ ਸੀ ਕਿ ਵੀ ਹਿੰਦੂ ਸਿੱਖ 9 ਮਾਸ ਦਾ ਰਿਸ਼ਤਾ ਹੁੰਦੇ ਹੋਏ ਵੀ ਇੱਕ ਦੂਜੇ ਦੇ ਬੈਰ ਹੋਏ ਸੀ, ਉੱਦਾਂ ਦੀ ਸਥਿਤੀ, ਉੱਦਾਂ ਦੀ ਸਿਚੁਏਸ਼ਨ ਮੁੜ ਕੇ ਪੰਜਾਬ ਦੇ ਵਿੱਚ ਨਾ ਆਵੇ, ਤੇ ਪੰਜਾਬ ਦੀ ਇੰਟੈਗ੍ਰਿਟੀ ਬਣੀ ਰਵੇ, ਇੰਡੀਆ ਦੀ ਇੰਟੈਗ੍ਰਿਟੀ ਬਣੀ ਰਵੇ। ਉਹਦੇ ਲਈ ਉਹਨਾਂ ਨੂੰ ਜਿਹੜੇ ਵੀ ਸੌਪਸ ਦੇਣੇ ਹੈਗੇ ਨੇ, ਜਿਹੜੇ ਵੀ ਬੈਨੀਫਿਟਸ ਪੰਜਾਬ ਨੂੰ ਦੇਣੇ ਹੈਗੇ ਨੇ, that is not only for the benefit of Punjab, it's for the benefit of whole of India. In fact, farmers ਦੇ ਬਾਅਦ ਜਿਹੜਾ, as I said before, it was a bad law, it was passed badly, and I'm glad that it was withdrawn, ਤਾਂ ਕਿ ਉਹ ਹੁਣ opportunity ਦਿੰਦੇ ਆ ਕਿ ਵੀ ਗਲਤੀ ਨੂੰ ਮੰਨ ਲਿਆ, ਅਸੀਂ ਅੱਗੇ ਮੂਵ ਕਿੱਦਾਂ ਫਾਰਵਰਡ ਕਰਨਾ। ਔਰ ਸਾਡਾ ਪਰਪਸ, ਅਸੀਂ ਇੱਥੇ ਬੈਠੇ ਹਾਂ, ਅਸੀਂ ਇੱਕ ਦੂਜੇ ਨਾਲ ਮਸ਼ਵਰਾ ਕਰਦੇ ਹਾਂ, ਸਲਾਹ ਕਰਦੇ ਹਾਂ, ਸੋਚ ਵਿਚਾਰ ਕਰਦੇ ਹਾਂ, ਲੇਕਿਨ ਸਾਡਾ ਸਾਰਿਆਂ ਦਾ ਮਕਸਦ ਇਹੋ ਹੈਗਾ ਵੈ ਕਿ ਇੰਡੀਆ ਦੇ ਵਿੱਚ, ਖਾਸ ਤੌਰ ਤੇ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਰਵੇ, ਔਰ ਉੱਥੇ ਪ੍ਰਗਤੀ ਹੋਵੇ। ਉੱਥੇ ਜਿਹੜੇ ਪ੍ਰੋਬਲਮਸ ਹੈਗੇ ਨੇ, ਕੋਈ ਅਗਰ ਡਰੱਗਸ ਦੇ ਪ੍ਰੋਬਲਮ ਹੈਗੇ ਨੇ, ਜਾਂ ਹੋਰ ਉੱਥੇ ਐਲਕੋਹਲ ਦੇ ਪ੍ਰੋਬਲਮਸ ਨੇ, ਉੱਥੇ ਅਗਰ ਕੋਈ ਟੈਰਰਿਜ਼ਮ ਦੇ ਪ੍ਰੋਬਲਮਸ ਹੈ, ਉਹ ਪ੍ਰੋਬਲਮਸ ਇੰਪੈਕਟ ਨਾ ਕਰਨ। ਐਂਡ ਇਨ ਮਾਈ ਵਿਊ, ਇਹਨਾਂ ਦੀ ਗੇਮ ਜਿਹੜੀ ਹੈਗੀ ਨੈਚੁਰਲੀ, they want to win elections, every politician does, and he's a very able politician, no doubt about that, but ਮੇਰੇ ਹਿਸਾਬ ਦੇ ਵਿੱਚ ਇਹ ਹੈ ਕਿ ਲੰਬੀ ਗੇਮ ਉਹਨਾਂ ਦੀ ਹੈ ਕਿ because they want to maintain that peace and negate any external influences which are very, very active at the moment. Beautiful, thank you ji. Jeevan Gill ji from Windsor, Ontario, Canada ਤੋਂ ਜੀ, ਕਾਉਂਸਲਰ ਸਾਹਿਬ ਜੀਵਨ ਗਿੱਲ ਜੀ। Thank you, Gary ji. It's a good discussion. Overall, ਜੇ ਅਸੀਂ ਦੇਖਿਆ ਜਾਵੇ ਤਾਂ ਇਹ very calculated move ਹੈਗੀ ਉਹਨਾਂ ਦੀ, ਚਾਹੇ long term ਵਾਸਤੇ ਹੈਗੀ ਆ, ਚਾਹੇ short term ਹੈਗੀ ਆ। ਇਹਦੇ ਤੇ ਯਾਨੀ ਕਿ impact they want to show is like ਅਸੀਂ ਜੇ ਇੱਕ step ਜਾਂ 2 step ਪਿੱਛੇ ਨੂੰ ਚੱਲੀਏ, ਚਾਹੇ ਇਹ ਸੀਗਾ ਐਮਰਜੈਂਸੀ ਦੇ ਟਾਈਮ ਵੀ, ਉਦੋਂ ਇਹਨਾਂ ਨੇ ਕਾਫੀ ਪੰਜਾਬ ਦੇ ਵਿੱਚ ਸੁਣ ਚ ਆਇਆ ਹੈਗਾ ਵੀ ਕਾਫੀ ਉਦੋਂ ਇਹਨਾਂ ਨੇ ਟਾਈਮ ਸਪੈਂਡ ਕੀਤਾ ਹੈਗਾ। ਤੇ ਹੀ ਨੋਜ਼ ਦੀ ਕਮਿਊਨਿਟੀ ਵੀ, ਪੰਜਾਬੀ ਕਮਿਊਨਿਟੀ, ਜਿਸ ਤਰ੍ਹਾਂ ਵੀ ਇਦੋਂ ਬਿਨਾ ਇਹ ਭਾਰਤ ਦਾ ਕਹਿ ਲਓ ਵੀ ਗੁਜ਼ਾਰਾ ਨਹੀਂ ਹੈਗਾ। ਚਾਹੇ ਇਹ ਪਿਛਲੇ ਜਿਹੜੀਆਂ ਜਿੱਦਾਂ ਪੁਰਾਣੇ ਹੋਏ ਹੈਗੇ, ਉਹਨਾਂ 'ਚ ਇਹ ਇੱਕ ਸਟਾਪ ਪੁਆਇੰਟ ਸੀਗਾ ਵੀ ਜਿੱਥੇ ਇਹ ਸਦਾ ਰੁਕਦੇ ਸੀਗੇ। ਤੇ ਪਹਿਲਾਂ ਇਹਨਾਂ ਦਾ ਜਿਹੜਾ ਦੂਜਾ ਅਲਾਇੰਸ ਚੱਲਦਾ ਸੀ ਅੱਗੇ, BJP ਐਂਡ ਅਕਾਲੀ ਅਲਾਇੰਸ ਸੀਗਾ, ਉਹ ਹੁਣ ਸੈਪਰੇਟ ਹੋਣ ਕਰਕੇ ਉਹ ਸਾਰੀ ਯਾਨੀ ਕਿ ਉਹ ਚੀਜ਼ ਨੂੰ ਵੀ ਕਵਰ ਕਰਨਾ ਚਾਹੁੰਦੇ ਹੈਗੇ ਆ। ਤਾਂ that may be one reason they can doing some of the things, but ਉਹਦੇ ਨਾਲ ਸਾਰੇ ਬੰਦੇ ਕਈ ਵਾਰੀ ਜਦੋਂ ਇਹ ਤੁਸੀਂ ਪਿਛਲੇ 7 ਸਾਲਾਂ ਦੇ ਵਿੱਚ ਨਹੀਂ ਕੀਤੀਆਂ ਹੈਗੀਆਂ, ਤੇ ਜਦੋਂ ਆ ਕੇ ਤੁਸੀਂ ਇਲੈਕਸ਼ਨ ਦੇ ਦੌਰਾਨ ਕਰਦੇ ਹੈਗੇ ਆ, ਉਹਦੇ ਨਾਲ ਇਹ ਸਭ ਨੂੰ ਪਹਿਲਾਂ ਇੰਟੈਂਟ ਹੁੰਦੀ ਹੈਗੀ ਆ, ਦਿਸ ਇਜ਼ ਪੋਲਿਟਿਕਸ ਗਿਮਿਕਸ। ਉਹਦੇ ਨਾਲ ਕੀ ਉਹਦਾ ਬੈਨੀਫਿਟ ਹੁੰਦਾ ਜਾਂ ਕਿੰਨੀ ਉਹਨਾਂ ਨੂੰ ਵੋਟ ਤੇ ਇੰਪੈਕਟ ਪੈਂਦਾ ਹੈਗਾ, ਦੈਟ ਇਜ਼ ਵੀ ਕੈਨ ਨੋ ਦੈਟ ਔਨ ਮਾਰਚ ਦੀ 10th। ਜੇ ਉਹ ਕੁਛ ਸੀਟਾਂ ਲਿਜਾਣ ਦੇ ਵਿੱਚ ਕਾਮਯਾਬ ਹੋ ਗਏ, ਜਦੋਂ ਕਿ ਆਪਾਂ ਪਿਛਲੇ ਅਕਾਲੀਆਂ ਦੇ ਹਿਸਾਬ ਨਾਲ ਦੇਖਦੇ ਹੈਗੇ ਆ, maximum they won is like 20 seats out of 23, and lowest is they won 3 seats out of 23। ਤਾਂ ਉਦੋਂ ਬਾਅਦ ਜਦੋਂ ਈਵਨ ਕਿਸਾਨ ਮੂਵਮੈਂਟ ਤੋਂ ਪਹਿਲਾਂ ਵੀ ਇਹ ਗੱਲ ਚੱਲ ਰਹੀ ਸੀਗੀ ਵੀ BJP is willing to
put candidate in all the ridings. That is what like their intent was, like even before the agitation. Yes, they have a very challenging time in some of the areas, like even ਹੁਣ ਵੀ impact ਪਿਆ ਹੈਗਾ, ਪਰ ਉਹਦੇ ਨਾਲ ਜਿਹੜੀ ਯਾਨੀ ਕਿ I believe the Sikh history ਦੇ ਨਾਲ ਚੱਲ ਕੇ ਉਹਨਾਂ ਨੇ ਥੋੜਾ ਮੋਟਾ ਉਸ ਨੂੰ ਯਾਨੀ ਕਿ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਵੀ ਇਹ ਕੌਮ ਹੈਗੀ ਹੈ, ਇਹ ਇੱਕ ਡਿਫਰੈਂਟ ਕਾਈਂਡ ਦੀ ਕੌਮ ਹੈਗੀ ਹੈ, ਇਹਨਾਂ ਨੂੰ ਕਿੱਦਾਂ ਅਸੀਂ ਅਲਾਈਨ ਕਰਕੇ ਤੇ ਇਨ ਫਿਊਚਰ ਲੌਂਗ ਰਨ ਦੇ ਵਿੱਚ ਅਸੀਂ ਰਹਿ ਸਕਦੇ ਹੈਗੇ ਆ ਪੋਲਿਟਿਕਸ ਦੇ ਵਿੱਚ। ਵੈਰੀ ਗੁੱਡ, ਵੈਰੀ ਗੁੱਡ। ਹਰਭਜਨ ਸਮਰਾ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਪਰ ਉਹ ਜਿਸ ਤਰ੍ਹਾਂ ਬੀਜੇਪੀ ਦਾ ਹੈਗਾ, ਉਹਨਾਂ ਦਾ ਗੁੱਡ ਐਫਰਟ ਆ, ਮੋਦੀ ਜੀ ਦਾ ਵੀ, ਬੀਜੇਪੀ ਦਾ ਵੀ, ਤੇ ਪੰਜਾਬ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਇਨਵੋਲਵ ਹੋਣਾ। ਬਟ ਔਨ ਦਾ ਅਦਰ ਹੈਂਡ ਪਿਛਲੀ ਟਰੈਕ ਹਿਸਟਰੀ ਤੋਂ ਜਦੋਂ ਇਹ ਸਾਰੇ ਵਾਅਦੇ ਕਰਕੇ ਬਾਅਦ ਚ ਕਹਿ ਦਿੰਦੇ ਜੁਮਲਾ, ਤੇ ਉੱਥੇ ਡਰ ਲੱਗਦਾ। ਫਿਰ ਇੱਧਰ ਤਾਂ ਉਹਨਾਂ ਨੇ 2-4 ਸਟੈਪ ਅੱਗੇ ਵਧਾਏ ਇਹਨਾਂ ਨੇ ਕਿ ਪੰਜਾਬ ਦੇ ਵਿੱਚ ਥੋੜੀ ਇਨਵੋਲਵਮੈਂਟ ਕਰਕੇ। ਬਟ ਔਨ ਦਾ ਅਦਰ ਹੈਂਡ ਜਿਹੜਾ ਬਿਗੇਸਟ ਇਸ਼ੂ ਸੀਗਾ, ਜਿਹੜਾ ਆਸ਼ੀਸ਼ ਮਿਸ਼ਰਾ ਨੂੰ ਇਹਨਾਂ ਨੇ ਜ਼ਮਾਨਤ ਦੇ ਕੇ ਬਾਹਰ ਕੱਢ ਦਿੱਤਾ ਐਡੇ ਵੱਡੇ ਕੇਸ ਦੇ ਵਿੱਚ, they should have waited at least, if they are so political, they should have waited until the elections at least. ਉਹਨੇ ਸਾਰਾ ਇਹਨਾਂ ਨੇ ਕਿਸਾਨਾਂ ਦੇ ਆਲ ਓਵਰ ਆ, ਉਹਨਾਂ ਨੇ ਜਿਹੜੀ ਆ ਉਹ ਇੱਕ ਕਿਸਮ ਦਾ ਉਹਨਾਂ ਨੂੰ ਲੂਣ ਲਾਇਆ ਉਹਨਾਂ ਦੇ। ਉਹ ਚੀਜ਼ ਜਿਹੜੀ ਦੇਖਣੀ ਹੈ, ਇੱਕ ਬੰਨੇ ਇਹ ਸਾਰਾ ਕੁਛ ਕਰਨਾ, ਦੂਸਰੇ ਬੰਨੇ ਉਹ ਚੀਜ਼ ਕਰਨੀ ਰਾਈਟ ਐਟ ਦਾ ਮੋਮੈਂਟ। ਉਹ ਕਿਹੜੀ ਟਰੈਕ ਆ ਉਹਨਾਂ ਦੀ ਨਾ। ਤੇ ਇੱਧਰ ਵੀ ਹੁਣ ਠੀਕ ਆ, ਸਿੱਖਾਂ ਦੇ ਨਾਲ ਸਿੱਖ ਤੇ ਭੁੱਲ ਜਾਣਗੇ, ਸਾਰਾ ਕੁਛ ਕਰ ਜਾਣਗੇ, ਪੰਜਾਬੀ ਭੁੱਲ ਜਾਣਗੇ। ਪਰ ਅਗੇਨ ਜੇ ਉਹਨਾਂ ਨੇ ਇੱਕ ਵਾਰੀ ਦੁਬਾਰਾ ਫੇਰ ਕਰਕੇ ਫੇਰ ਉਹਦੇ ਤੋਂ ਜੁਮਲਾ ਬਣਾ ਦਿੱਤਾ ਇਹਦਾ, then you won't believe it, ਹੈ ਨਾ, ਕਿ ਕੀ ਲੋਕਾਂ ਦਾ ਵਿਸ਼ਵਾਸ ਕਿਵੇਂ। ਠੀਕ ਹੈ, ਹੁਣ ਪੋਲੀਟੀਕਲੀ they will try to, ਇੱਥੇ ਪਤਾ ਨਹੀਂ ਖਿਚੜੀ ਗਵਰਨਮੈਂਟ ਬਣਨੀ ਆ, ਤੇ ਹੋ ਸਕਦਾ ਫਾਈਨਲ ਗੇਮ ਜਿਹੜੀ ਪੋਲੀਟੀਕਲੀ ਬੀਜੇਪੀ ਦੇ ਹੱਥ 'ਚ ਆ ਜਾਏ, you never know। ਤੇ ਹੁਣ ਕੱਲੀ ਪਾਰਟੀ ਦਾ ਜਦੋਂ ਕਿਵੇਂ ਉਹਨਾਂ ਦੀਆਂ ਸੀਟਾਂ ਆਉਂਦੀਆਂ, ਕਿਵੇਂ ਉਹਨਾਂ ਦੀ ਗਵਰਨਮੈਂਟ ਬਣੂਗੀ, ਉੱਥੇ everybody will have the role to play. I don't think they are going to get any clear majority, any party. Okay, beautiful. Samraji, thank you. That's all. Pashora Singh ji. Thank you. Greetings to all from Central Valley, California. It's a very interesting discussion. I wouldn't be judgmental and call this outright stunt, but I wouldn't fully agree with Dr. Sayal, the comments or views also that you can win Punjabi hearts by creating fear tactics, that Punjab is insecure, that Punjab has ISI has inroads in Punjab, and there is a Hindu-Sikh tension going on. There is no such thing at all. But I would give both positive and negative points on this one. So I will. I made a little note, so I will read it to you, if you please allow me. Modi ji announced just a day before election in Punjab that he considers it his honor that he respected Sikh gurus have taken seva from him, and their blessings have enabled him to work for society. Appreciating those generous steps taken in doing seva, especially for Sikhs under his leadership as announced, one wonders, as everybody else explained, if Modi really becoming humble towards Sikhs, or believes in promoting Sikhism because Sikh spirit of service needs greater global acclaim, as he said. As non-resident Indian living in America, while I greatly appreciate all that was said by Modi ji in recognizing Sikh contributions, I would have preferred he said Punjabi contributions instead, because Sikh gurus did not distinguish between universal brotherhood of Hindu, Sikh or Muslims. Right. Hindus go to Harmandir Sahib equally, while the foundation stone of Harmandir Sahib was laid by a Muslim. All are welcome. All have made contributions and sacrifices to make Punjab as Punjab the world knows. Besides, each Sikh Ardas ends in Sarbat da Pala, meaning the well-being of all mankind. Questions also arise regarding the timing of it all, as all the other speakers, most of them have said.
To win the goodwill of his Punjabis in the real sense, why couldn't he think of staying a step ahead of events rather than waiting for the questionable election time to make this announcement? To me, Modi ji appears to have a good heart but a weak mind. Good heart because I believe bad-hearted people never admit bad decisions and do not apologize for their missteps, which he did admit in the case of year-long farmer protest. Weak mind, perhaps, due to bad advice and short-sighted, sharp-loose advisors surrounding him. He kept mum and didn't interfere all along, while his government machinery kept throwing mud, insulting and provoking Punjabis with all those terrible names, such as anti-national, separatist, terrorist, the names Punjabis are loath to hear. As Dr. mentioned it, he should also know he's a Punjabi. Punjabis do not like to be called a separatist or a secessionist or things like that, or not even a hint in that direction. He did nothing, as 700 farmers sacrificed their lives during the agitation at his doorstep. Instead, his propaganda machine and their topmost leaders called the agitators Mawalis. His government turned a blind eye when their colleagues' son trampled farmers to death in Lakhimpur Kheri. Modi ji took no action on him until there was a public uproar and the Supreme Court intervened. Now that murderer is let out on bail. Modi ji is the greatest danger to democracy, who believes he is an emperor, bullies the judiciary, encourages fake media, infamously called the Godi media, destroys institutions, puts down dissent with force, favors corporates and monopolists in policy making, and weakens parliament. Others say he is a selfless, good-intentioned leader surrounded by ill-minded advisors. Modi still has time to get the record straight. Let us hope he fulfills the agreements with farmers in total. Let us hope his government can make peace with the Muslim community also, currently feeling so scared and isolated. Let us hope he makes all Indians feel safe, secure, and enjoy the fruits of freedom, irrespective of who they are and what religion or region they come from. I would conclude by drawing Modi ji's attention to the words said to the first Prime Minister Jawaharlal Nehru by Ghadar Party President Son Singh Pakna. When the surviving Ghadarites went to meet Nehru in the 1950s, this is what Baba Pakna said, and I quote, Pandit ji, you are talking about the independence of India. We are talking about the freedom of Indians. Nehruji is said to have just smiled, nodding his head in agreement, but did not say anything. As they say, better late than never. 70 years on maybe, but it appears the awareness and confidence brought about by farmers' victory has started the battle, witnessing especially women and youth voter mood for change in the ongoing elections. I mean, back to you, Gary. Thank you ji. Gupta Sahab, 2-3 ਮਿੰਟ ਰੱਖਿਓ ਫਿਰ ਆਪਣੇ ਟਾਈਮ ਉਦੋਂ ਬਾਅਦ ਖੁੱਲਾ ਟਾਈਮ ਹੈ ਜਿੰਨਾ ਕਰ ਮੈਂ ਸਾਥੀਆਂ ਨੂੰ ਦੱਸਣਾ ਚਾਹੁੰਦਾ ਕਿ ਮੇਰੇ ਫਾਦਰ first person to be arrested in emergency in Ambala city when emergency took place. I had very conflict of thought process because Ambala was a epicenter of partition in India. Millions of Hindus were, so he had that influence, not otherwise. He was a very honest person. In business, he was very honest. So any person coming to shop, he will say he was selling shoes. I'm down the RSS people, but in today's world, we have to think where we are. If you see the manifesto of BJP in Punjab, it does not carry any weight. It's zero in my sense. It does not carry in the manifesto of Punjab. If you see, it's total confusion. So if you do not have, you see another point. When Sidhu opened the corridor, BJP said Sidhu is with terrorists. Akali said they are terrorists. Then now they are taking credit, number one. Why Modi is talking of 84 riots? He wants to remind the Sikhs in Punjab that there were 84 riots
and you should think of that. Next point. Latest situation is that there is a person known as Kumar Vishwas. You see, these all events are correlated. He gave some statement of Kejriwal. You know what happened in Punjab? The BJP and the Congress joined together in saying that Kejriwal represents a terrorist, he has sympathy with terrorists. What is happening in India? I can guarantee that if Kejriwal is a terrorist in India, then every person, Modi, Shah, every person in is a terrorist. Okay. So my point is, last point, that what Kejriwal has done, he has created a sense in Punjab. The people of Punjab, they are going to, I have the latest information that perhaps AAP government may form a government. And the BJP and Congress, they have joined together to stop him because he is bringing a new agenda. And you will be surprised, last point, that BJP president in Punjab said in a certain gathering that if you do not vote me, vote Congress. What it proves, the BJP and Congress have joined to destroy this nation. It was a Congress who is responsible to bring BJP in power. If Congress would have been right, BJP would never thought that he has come to power. Your thought process continues that you are anti-Muslim. India does not belong to only one nation. It belongs to all people. So you are praising Sikhs. What about Muslims? Because your agenda is that. You only one on that issue. And you will be surprised, last point, that in UP, the manifesto of Modi party, with the consent of Modi ji's, that if you have a love jihad, you will have a 10-year imprisonment. So in Punjab, you take a different stand. In Uttar Pradesh, you a different stand because it suits you politically. I can guarantee India will not tolerate all such gimmicks. It will be defeated India, and you have to come in your senses to take India forward. Thank you. Okay, thank you ਜੀ। ਜਿਹੜੀ ਪੰਜਾਬ ਦੀ ਸਿਚੁਏਸ਼ਨ ਹੈਗੀ ਆ, ਮੋਦੀ ਜੀ ਨੇ ਜੋ ਵੀ ਕੀਤਾ ਹੈਗਾ ਫਿਊਚਰ ਵਾਸਤੇ, ਜਦੋਂ ਅਸੀਂ ਟਰਸਟ ਤਾਂ ਕਰਨਾ ਪਏਗਾ, ਕਿਉਂਕਿ I know whatever happened before this is a different situation. ਸੋ ਇਸ ਤਰ੍ਹਾਂ ਦੀ ਚੀਜ਼ਾਂ ਪੋਲੀਟੀਸ਼ੀਅਨ ਕਰੀ ਜਾਂਦੇ ਨੇ ਕਿ ਕੈਪਟਨ ਸਾਹਿਬ ਨੇ ਵੀ ਕੀਤਾ ਸਹੁੰ ਖਾ ਕੇ। ਉਦੋਂ ਬਾਅਦ ਹੁਣ ਤਾਂ ਗੁਰੂ ਨਾਨਕ ਦੇ ਸਾਹਮਣੇ ਉਹਨਾਂ ਨੇ ਬੜਾ ਕੁਛ, ਮੋਦੀ ਸਾਹਿਬ ਨੇ ਕਹਿਤਾ ਵੀ ਮੈਂ ਤੇ ਮੇਰਾ ਤਾਂ ਬਲੱਡ ਵੀ ਉੱਥੇ ਆ ਗੁਜਰਾਤ ਤੋਂ, ਸਾਡਾ 5 ਪਿਆਰਿਆਂ ਦੇ ਵਿੱਚ ਵੀ ਸਾਡੇ ਉਹ, ਅਸੀਂ ਬੜੇ ਸਿੱਖਾਂ ਨਾਲ ਸਾਰਾ ਚੀਜ਼ਾਂ ਕੀਤੀਆਂ ਨੇ। ਹੁਣ ਸ਼ੱਕ ਵਾਲੀ ਗੱਲ ਨਹੀਂ ਰਹਿੰਦੀ ਮੈਨੂੰ, ਮੈਂ ਤਾਂ ਟਰਸਟ ਜਿਹਾ ਕਰਦਾ ਹੈਗਾ, ਤੁਸੀਂ ਕਰਦੇ ਨਹੀਂ, ਪਤਾ ਨਹੀਂ ਕੀ ਗੱਲ ਹੈਗੀ ਆ। ਚਲੋ ਕੁਮਾਰ ਸਾਹਿਬ ਤੁਸੀਂ ਚਲੋ ਤਾਂ ਥੋੜਾ ਜਿਹਾ, ਕੁਮਾਰ ਸਾਹਿਬ, ਡਾਕਟਰ ਕੁਮਾਰ। ਹਾਂਜੀ ਹਾਂਜੀ, ਕਿਹੜੇ ਨੇ ਸ਼ੱਕ ਦੀ ਗੱਲ ਨਹੀਂ ਹੈਗੀ ਗਰੇਵਾਲ ਸਾਹਿਬ। ਦਿਲ ਕਹਿੰਦੇ ਨੇ ਬਾਕੀ ਦੀਆਂ ਗੱਲਾਂ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ। ਗੱਲ ਦਿਲ ਦੀ ਸਫਾਈ ਦੀ ਹੈ। ਇਹ ਜਿਹੜੀ ਦਿਲ ਦੀ ਸਫਾਈ ਹੈ ਨਾ ਮੋਦੀ ਸਾਹਿਬ ਦੀ, ਇਹ ਦਿਲ ਦੀ ਸਫਾਈ ਨਜ਼ਰ ਨਹੀਂ ਆ ਰਹੀ। ਇਹ ਜਿਹੜੀ ਇਮੋਸ਼ਨਲ ਡਸਟ ਹੈ ਨਾ ਇਕੱਠੀ ਹੋ ਰਹੀ, ਐਂਡ ਦੀ ਟਾਈਮਿੰਗ ਆਫ ਦਾ ਡਸਟ ਜਿਹੜੇ ਇਹ ਝਾੜਨ ਦੀ ਕੋਸ਼ਿਸ਼ ਕਰ ਰਹੇ ਹੁਣ, ਉਹ ਜਿਹੜੀ ਆ, ਜੇ ਤੁਸੀਂ ਨਿਊਟਰਲ ਹੋ ਕੇ ਦੇਖੋ ਨਾ। ਦੂਜੀ ਗੱਲ ਇਹ ਵੀ ਹੈ, ਇਹਨਾਂ ਨੂੰ ਪਤਾ ਮੋਦੀ ਸਾਹਿਬ ਨੂੰ ਕਿ ਸਿੱਖ ਤੇ ਮੁਸਲਿਮ ਦੀ ਜਿਹੜੀ ਸਾਂਝੀਦਾਰੀ ਹੈ ਨਾ, ਹਿੰਦੂਇਜ਼ਮ ਦੇ ਵਿੱਚ ਜਿਹੜਾ ਸਿੱਖੀਜ਼ਮ ਹੈ ਜਾਂ ਸਿੱਖ ਪੰਥ ਦੀ ਜਿਹੜੀ ਕੰਟਰੀਬਿਊਸ਼ਨ ਆ, ਇਟਸ ਅ ਬ੍ਰਿਜ ਬਿਟਵੀਨ ਇਸਲਾਮ ਐਂਡ ਹਿੰਦੂਇਜ਼ਮ। ਜਿਹੜਾ ਸੂਫੀਜ਼ਮ ਦੀ ਫਿਲਾਸਫੀ ਹੈ, ਉਹ ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਔਰ ਜਿਹੜੀ ਅਲਾਇੰਸ ਆ ਸਿੱਖਾਂ ਤੇ ਮੁਸਲਮਾਨ ਦੀ ਅਲਾਇੰਸ, ਜਿਹੜੀ ਇਸਲਾਮ ਦੀ ਅਲਾਇੰਸ ਹੈ, ਕਿਉਂਕਿ ਮੋਦੀ ਸਾਹਿਬ ਤਾਂ ਸ਼ੁਰੂ ਤੋਂ ਦੀ ਡੇ 1 ਤੋਂ ਹੀ ਕਹਿੰਦੇ ਨੇ ਵੀ ਮੁਸਲਿਮ ਸਾਡੇ ਦੁਸ਼ਮਣ ਨੇ। ਹੁਣ ਜਦੋਂ ਇਹ ਦੇਖਦੇ ਅਲਾਇੰਸ ਸਿੱਖਾਂ ਦੀ, ਤਾਂ ਹੁਣ ਇੱਥੇ ਆਪਾਂ ਅਮਰੀਕਾ ਦੇ ਵਿੱਚ ਬਹਿੰਦੇ ਆ। ਮੇਰੇ ਬਹੁਤ ਅੱਛੇ ਦੋਸਤ ਜਿਹੜੇ ਹੈਗੇ ਪਾਕਿਸਤਾਨ ਦੇ, ਮੈਂ ਹੁਣ ਕਰਤਾਰਪੁਰ ਲਾਂਘੇ ਤੇ ਜਦੋਂ ਪਾਕਿਸਤਾਨ ਗਿਆ ਸੀ, ਅਸੀਂ ਕੋਸ਼ਿਸ਼ ਕੀਤੀ ਕਿ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਮਿਲਿਆ ਜਾਵੇ ਜਿਨ੍ਹਾਂ ਦਾ ਕੋਈ
ਪੋਲੀਟੀਕਲ ਐਫੀਲੀਏਸ਼ਨ ਹੈ ਨਹੀਂ ਗੀ ਜਾਂ ਕਿਸੇ ਲੀਡਰ ਨਾਲ ਨਹੀਂ ਜੁੜੇ, ਇਕੱਲੇ ਜਾ ਕੇ ਮਿਲਿਆ ਜਾਵੇ ਪਿੰਡਾਂ ਦੇ ਵਿੱਚ ਲੋਕਾਂ ਨੂੰ। ਅਸੀਂ 10 ਬੰਦੇ ਆਪਣੀ ਗੱਡੀ ਕਰਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਿਲਣ ਗਏ। ਗੁਰੂ ਨਾਨਕ ਸਾਹਿਬ ਦੇ ਨਨਕਾਣਾ ਸਾਹਿਬ ਤੋਂ ਲੈ ਕੇ ਪੰਜਾ ਸਾਹਿਬ ਤੱਕ ਦਾ ਟਰੈਵਲ ਕੀਤਾ ਅਸੀਂ ਸਾਰਿਆਂ ਨੇ, 10 ਬੰਦੇ ਸੀਗੇ। ਜਦੋਂ ਆਪਾਂ ਟਰੈਵਲ ਕੀਤਾ ਪਿੰਡਾਂ ਦੇ ਵਿੱਚ ਜਾ ਕੇ ਜਦੋਂ ਬੰਦਿਆਂ ਨੂੰ ਮਿਲੇ ਤਾਂ ਕਿਸੇ ਵੀ ਬੰਦੇ ਦੇ ਵਿੱਚ ਇਦਾਂ ਦੀ ਬੋਲੀ ਜਾਂ ਇਦਾਂ ਦਾ ਇਮੋਸ਼ਨ ਸੀ, ਕਿਉਂਕਿ ਮੈਂ ਤਾਂ ਮੈਂਟਲ ਹੈਲਥ ਦਾ ਸਟੂਡੈਂਟ ਆ, ਮੈਨੂੰ ਪਤਾ ਲੱਗ ਜਾਂਦਾ ਕਿ ਕਿੱਥੋਂ ਬੰਦਾ ਥੋੜਾ ਜਿਹਾ ਆਮ ਬੰਦਿਆਂ ਨਾਲੋਂ ਥੋੜਾ ਜਿਹਾ ਜ਼ਿਆਦਾ ਜਲਦੀ ਸਮਝ ਆਉਂਦੀਆਂ ਇਹ ਚੀਜ਼ਾਂ। ਤੇ ਜਦੋਂ ਮੈਂ ਉਹਨਾਂ ਬੰਦਿਆਂ ਨਾਲ ਗੱਲ ਕੀਤੀ ਤਾਂ ਉਹ ਇਦਾਂ ਲੱਗਾ ਜਿੱਦਾਂ ਮੇਰੇ ਆਪਣੇ ਬਜ਼ੁਰਗ ਮੈਨੂੰ ਮਿਲ ਰਹੇ ਹੁੰਦੇ ਸਦੀਆਂ ਤੋਂ ਵਿਛੜੇ, ਮੇਰੇ ਆਪਣੇ ਭਰਾ ਮੈਨੂੰ ਮਿਲ ਰਹੇ ਆ ਸਦੀਆਂ ਤੋਂ ਵਿਛੜੇ। ਜਿੱਥੇ ਵੀ ਜਾਂਦੇ ਸੀ ਉਹਨਾਂ ਸਾਨੂੰ ਚਾਹ ਪਿਲਾਈ ਤਾਂ ਸਾਤੋਂ ਪੈਸੇ ਨਹੀਂ ਲਾਏ ਕਿਸੇ ਰੈਸਟੋਰੈਂਟ ਵਾਲੇ ਨੇ। ਚਲੋ ਉਹ ਨਹੀਂ ਉਹ ਪੈਸਿਆਂ ਦੀ ਗੱਲ ਨਹੀਂ ਹੈ, ਗੱਲ ਹੈਗੀ ਆ ਸਤਿਕਾਰ ਦੀ, ਗੱਲ ਹੈਗੀ ਆ ਪਿਆਰ ਦੀ। ਤੇ ਉਹ ਜਿਹੜਾ ਸਤਿਕਾਰ ਤੇ ਪਿਆਰ ਆ ਨਾ, ਮੋਦੀ ਸਾਹਿਬ ਗੱਲਾਂ ਬਹੁਤ ਸੋਹਣੀਆਂ ਕਰਦੇ ਨੇ, ਸਾਨੂੰ ਜਿਹੜੀਆਂ ਉਹਨੇ ਦੇਣਾ ਦਿੱਤੀਆਂ, ਜਿਹੜੀਆਂ ਚੀਜ਼ਾਂ ਉਹਨਾਂ ਨੇ ਕੀਤੀਆਂ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ। ਸਾਡੇ ਪ੍ਰਾਈਮ ਮਿਨਿਸਟਰ ਆ, ਅਸੀਂ ਇੱਜ਼ਤ ਕਰਦੇ ਹਾਂ ਮੋਦੀ ਸਾਹਿਬ ਦੀ। ਲੇਕਿਨ ਜਿਹੜਾ ਟਾਈਮਿੰਗ ਦੀ ਗੱਲ ਆਪਾਂ ਕਰਦੇ ਹਾਂ ਔਰ ਜਿਹੜਾ ਉਹਨਾਂ ਦਾ ਜਿਹੜਾ cognitive dissonance, I'll say that cognitive dissonance, the way he's doing things, the way the context is, that's where we have some dots. It's not that Garewal ਸਾਹਿਬ ਸਾਨੂੰ ਉਹਨਾਂ ਨੂੰ ਇੱਜ਼ਤ ਦੇਣੀ ਨਹੀਂ ਆਉਂਦੀ, ਸਾਨੂੰ ਇੱਜ਼ਤ ਦੇਣੀ ਆਉਂਦੀ ਆ। ਅਸੀਂ ਤਾਂ ਉਹ ਦੇਸ਼ ਸਾਡਾ ਵਿਰਸਾ ਇੱਜ਼ਤ ਦੇਣ ਦਾ ਹੈ, ਹੈ ਨਾ। ਪਰ ਉਹ ਜਿਹੜੀਆਂ ਚੀਜ਼ਾਂ ਕੌਨਟੈਕਸਟ ਦੇ ਵਿੱਚ ਇਹ ਗੱਲ ਹੋ ਰਹੀ ਆ ਨਾ, 2 ਦਿਨ ਪਹਿਲਾਂ ਇਲੈਕਸ਼ਨ ਤੋਂ ਹੋ ਰਹੀ ਆ ਤੇ ਪੰਜ ਪਿਆਰਿਆਂ ਦੇ ਯਾਦ ਵੀ 2 ਦਿਨ ਪਹਿਲਾਂ ਹੀ ਆਉਂਦੀ ਆ। ਉਹ ਤਾਂ ਇਹਨੂੰ ਜਨਮ ਤੋਂ ਹੀ ਪਤਾ ਹੈ ਮੋਦੀ ਸਾਹਿਬ ਨੂੰ ਵੀ ਪੰਜ ਪਿਆਰੇ ਉੱਥੋਂ ਇੱਕ ਬੰਦਾ ਸੀਗਾ ਗੁਜਰਾਤ ਚੋਂ, ਠੀਕ ਹੈ ਨਾ। ਅੱਜ ਇਹ ਕਿਉਂ 2 ਦਿਨ ਪਹਿਲਾਂ ਇਲੈਕਸ਼ਨ ਤੋਂ ਪੰਜਾਬ ਨੇ ਯਾਦ ਕੀ ਹੋਈ। ਕਪੂਰ ਸਾਹਿਬ, ਸਰਦਾਰ ਸਿੰਘ ਕਪੂਰ ਜੀ, ਡਾਕਟਰ ਸਾਹਿਬ। ਹਾਂਜੀ, ਜੋ ਕੁਝ किया गया है ना, बाकी अपने सारे भरावां ने one common theme runs actually is a politically motivated statements have been made. The motivation jada hai, it is all politics actually because of the election and the timing is like that. बाकी एक और I have noticed one more thing. British ਲੋਕੀ ਜਿਹੜੇ ਸੀਗੇ ਇੰਡੀਆ ਦੇ ਵਿੱਚ ਕਿਸ ਤਰੀਕੇ ਨਾਲ ਉਹ they were able to rule us. They had divide and rule. This is what I actually have noticed, that BJP is trying to rule this country by the same philosophy, the same frameworks, the same thinking, divide and rule, divide and rule. They are having divide and rule between Hindus and Muslims. Sometimes they create trouble actually at other places also. It's a divide and rule actually is the policy strategy hai jehdi. That's why they are trying to win actually the election. So this is another point actually that needs to be mentioned. It's a divide and rule policy jehdi hai ਉਹਨਾਂ ਦੀ. It is going on like that actually. Particularly in UP is very clear. Will it work? And it is working also. No, but will it work in future? No, ek minute, Kapoor. Yeah. So I think that it will not work in the future if the people of India realize that this is the wrong policy. That the British succeeded because of that divide and rule policy, and that was not in the interest of our country. So this is in the long run, it's a good thing. But if the India has to live, people over there have to learn how to live brothers and sisters like that. That is the most important thing, whether you are from Hindu faith or Sikh faith or Muslim faith or Christian. All those people who love India, they have the right to live over there. And I have taught in a Jamia Millia Islamia. Okay, ਮੈਂ ਕਪੂਰ ਸਾਹਿਬ ਤੁਸੀਂ ਐਸੇ ਗੱਲ ਚਾਲੂ ਰੱਖਿਓ, ਤੁਸੀਂ ਦੁਬਾਰਾ ਆਉਣਾ। ਪ੍ਰਵੀਨ ਜੀ ਜਵਾਬ ਦੇਣਗੇ ਇਹਦਾ, ਡਾਕਟਰ ਪ੍ਰਵੀਨ ਸਿਆਲ। ਦੇਖੋ ਗੱਲ ਹੈਗੀ ਹੈ ਕਿ it's political or not. I would disagree that the Modi government is trying to divide India. Yes, they are trying to right the wrongs of last 70 years. There have been the Hindus, which form the majority, have been marginalized in their own countries by having policies which have been against them. For instance,
let me tell you that all the temple ਜਿਹੜੇ ਮੰਦਿਰ ਹੈਗੇ ਨੇ ਉਹਨਾਂ ਦਾ ਜਿਹੜਾ ਹੈਗਾ ਵੈ ਸਾਰੇ funds ਉਹ ਗਵਰਨਮੈਂਟ ਨੂੰ ਜਾ ਕੇ they are spending on other institutions, whereas ਚਾਹੇ ਗੁਰਦੁਆਰੇ ਹੈਗੇ ਜਾਂ ਮਸਜਿਦ ਹੈਗੇ ਜਾਂ ਚਰਚ ਹੈਗੇ ਨੇ ਉਹ ਆਪਣੇ funds ਆਪ collect ਕਰਦੇ ਨੇ ਤੇ ਆਪਣੇ ਉੱਤੇ use ਕਰਦੇ ਨੇ. So he is trying to correct some of the wrongs which have been there in India for last years, 70 years of Congress rule, which basically, you know, sort of were thinking more about their own pockets than the progress of the country. Modi ji, the government under what the country has made a lot of progress. Yes, you might say, okay, it's a capitalist system. They are doing it for the corporations, whatever it is. Yeah, maybe that is right. Maybe he's following the Western pattern of capitalism. But as far as the country is concerned, it is progressing. Second point, ਅਸੀਂ ਜੀ ਤੁਸੀਂ ਗੱਲ ਕਰਦੇ ਆ ਕਿ ਮੁਸਲਿਮ ਤੇ ਜਿਹੜੇ ਹਿੰਦੂ ਦੇ ਵਿੱਚ ਬ੍ਰਿਜ ਹੈਗਾ ਸਿੱਖੀਜ਼ਮ, initially I agree it was, but ਤੁਸੀਂ ਔਰੰਗਜ਼ੇਬ ਨੇ ਜੋ ਕੀਤਾ ਉਹ ਸਾਰਾ ਭੁੱਲ ਗਏ ਹੋ. ਚਾਰ ਸਾਹਿਬਜ਼ਾਦਿਆਂ ਦੇ ਨਾਲ ਕੀ ਹੋਇਆ ਉਹ ਆਪਣੀ ਹਿਸਟਰੀ ਭੁੱਲ ਰਹੇ ਆ ਆਪਾਂ. ਚਾਰ ਸਾਹਿਬਜ਼ਾਦੇ ਤਾਂ ਦਸੰਬਰ ਦੇ ਵਿੱਚ ਇੰਟਰੋਡਿਊਸ ਕਰਤਾ ਸੀ ਜਦੋਂ ਬਾਲ ਵਿਕਾਸ ਉਹਨਾਂ ਨੇ ਆਫਟਰ ਚਾਚਾ ਨਹਿਰੂ ਦਾ ਜਿਹੜਾ ਚਿਲਡਰਨਸ ਡੇ ਕਰਦੇ ਹੈਗੇ ਨੇ ਉਹਦੇ ਬਾਅਦ ਅਨਾਉਂਸ ਹੋਇਆ ਸੀ. ਇਟ ਇਜ਼ ਨਾਟ ਅਨਾਉਂਸ 2 days ਬਿਫੋਰ ਦੀ ਇਲੈਕਸ਼ਨ. ਐਂਡ ਇਲੈਕਸ਼ਨ ਦੀ ਕੈਂਪੇਨਿੰਗ ਹੁੰਦੀ ਹੈ ਬੜੀ ਟਾਈਮ ਨਹੀਂ ਚੱਲਦੀ ਹੈ. 2 ਦਿਨ ਦੇ ਵਿੱਚ ਲੋਕਾਂ ਦੇ ਮਾਈਂਡ ਨਹੀਂ ਬਦਲਦੇ ਹੁੰਦੇ. ਜਿਹਨੇ ਆਪਣਾ ਮਾਈਂਡ ਪਾ ਲਿਆ ਕਿ ਮੈਨੂੰ ਵੋਟ ਦੇਣੀ ਆ ਲਾਸਟ ਮਿੰਟ ਤੇ ਮਾਈਂਡ ਨਹੀਂ ਆਪਣਾ ਚੇਂਜ ਕਰੇਗਾ. ਔਰ ਜਿਹੜੀਆਂ ਬੋਤਲਾਂ ਉਹਨੇ ਸ਼ਰਾਬਾਂ ਦੀਆਂ ਲੋਕਾਂ ਨੂੰ ਦੇਣੀਆਂ ਹੁੰਦੀਆਂ ਨਾ ਵੋਟਾਂ ਖਰੀਦਣ ਲਈ ਉਹ ਦਿੱਤੀਆਂ ਗਈਆਂ ਹੁੰਦੀਆਂ. ਇੱਕ ਮਿੰਟ ਲੈ ਲਾਂ ਜੀ ਅਗਰਵਾਲ ਸਾਹਿਬ. Who will give an answer for that? To divide ਮੈਂ ਦੋ ਕਮੈਂਟਸ ਨੇ ਮੇਰੇ. ਡਾਕਟਰ ਸਿਆਲ ਉਹਨਾਂ ਦੇ ਕਮੈਂਟਸ ਜਿਹੜੇ ਆ ਉਹ ਦੈਟਸ ਵੈਰੀ ਇੰਟਰਸਟਿੰਗ. ਉਹ ਇਸ ਤਰ੍ਹਾਂ ਆ ਕਿ ਮੈਂ ਕਿਤੇ ਪੜ੍ਹ ਰਿਹਾ ਸਾਂ ਕਿ ਜਿਹੜਾ DNA ਹੈ ਨਾ, ਜੇ ਕਿਸੇ ਨੇ ਟੈਸਟ ਕੀਤਾ ਹੈ, ਡਾਕਟਰ ਕੁਮਾਰ ਜ਼ਿਆਦਾ ਇਹਦੇ ਬਾਰੇ ਵਿਸਥਾਰ ਵਿੱਚ ਦੱਸਣਗੇ, ਉਹ ਜਿਹੜਾ ਇਸ ਵੇਲੇ ਹਿੰਦੁਸਤਾਨ 'ਚ ਹੈ ਨਾ, ਹਿੰਦੂ ਸਿੱਖ ਜਾਂ ਮੁਸਲਮਾਨ ਉਹਨਾਂ ਸਾਰਿਆਂ ਦਾ ਇੱਕੋ ਹੀ ਆ. ਸੋ ਮੁਸਲਮਾਨਾਂ ਨੂੰ ਅਸੀਂ ਜੇ ਸੋਚੀਏ ਵੀ ਔਰੰਗਜ਼ੇਬ ਦੀ ਔਲਾਦ ਹੈ ਸਾਰੀ, ਤੇ ਦੈਟ ਇਜ਼ ਨਾਟ ਟਰੂ. ਇਹ ਸਾਡੇ ਵਿੱਚੋਂ ਹੀ ਜਿਹੜਾ ਕੋਈ ਸਿੱਖ ਬਣਿਆ ਤੇ ਕੋਈ ਹਿੰਦੂ ਬਣਿਆ ਤੇ ਕਦੀ ਹਿੰਦੂ ਮੁਸਲਮਾਨ ਬਣਿਆ ਤੇ ਮੁਸਲਮਾਨ ਆਪਣਾ ਬਣ ਕੇ ਦਿਖਾ ਨਹੀਂ ਨਾ ਰਹੇ ਉਹ. ਨਹੀਂ ਉਹ ਮੇਰੀ ਗੱਲ ਸਾਹਿਬ ਸੁਣ ਤੁਸੀਂ ਨਾ ਇਹਨੇ ਪੇਸ਼ੈਂਸ ਨਾ ਹੋ. ਪਲੀਜ਼ ਡਾਕਟਰ ਸਾਹਿਬ ਟੇਕ ਓਵਰ ਦੈਨ ਪਹਿਲਾਂ ਸਾਨੂੰ ਪ੍ਰੋਬਲਮ ਨੂੰ ਆਇਡੈਂਟੀਫਾਈ ਤੇ ਇਹ ਕਰੀਏ ਨਾ. ਇਹ ਤਾਂ ਮੰਨੀਏ ਨਾ ਵੀ ਇਹ ਜਿਹੜੇ ਮੁਸਲਮਾਨ ਨੇ ਇਹ ਔਰੰਗਜ਼ੇਬ ਦੀ ਔਲਾਦ ਨਹੀਂ, ਇਹ ਸਾਡੇ ਭੈਣ ਭਰਾ ਨੇ. ਨੰਬਰ 2 ਜਿਹੜਾ ਕਪੂਰ ਸਾਹਿਬ ਨੇ ਗੱਲ ਜਿਹੜੀ ਕੀਤੀ ਉਹ ਵੀ ਬੜੀ ਦਿਲਚਸਪ ਆ. ਬੀਜੇਪੀ ਨੇ ਇਹ ਤਾਂ ਅੰਗਰੇਜ਼ਾਂ ਕੋਲੋਂ ਸਿੱਖ ਲਿਆ ਵੀ ਡਿਵਾਈਡ ਐਂਡ ਰੂਲ ਦੇ ਫਾਇਦੇ ਕੀ ਨੇ, ਤੇ ਉਹਦੇ ਲਈ 7 ਸਾਲ ਜਿਹੜਾ ਉਹ ਰਾਜ ਵੀ ਕਰ ਲਿਆ. ਤੇ ਹੋ ਸਕਦਾ ਵੀ ਅੱਗੇ ਵਾਸਤੇ ਵੀ ਇਹ ਸੋਚਦੇ ਹੁਣ ਵੀ ਕਰ ਲਵਾਂਗੇ, ਹੋ ਸਕਦਾ ਕਰ ਵੀ ਲੈਣ ਅਗਲੇ ਹੋਰ ਇਹਨਾਂ ਨੂੰ 5 ਸਾਲ ਮਿਲ ਜਾਣ. ਪਰ ਇਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਵੀ ਉਹ ਅੰਗਰੇਜ਼ਾਂ ਦਾ ਹਸ਼ਰ ਕੀ ਹੋਇਆ ਸੀ ਅਲਟੀਮੇਟਲੀ. ਉਹਨਾਂ ਨੇ ਉਹ ਸਲਤਨਤ ਜਿਹਦਾ ਕਦੇ ਸੂਰਜ ਨਹੀਂ ਡੁੱਬਦਾ ਉਹ ਇੱਕ ਛੋਟੇ ਜਿਹੇ ਆਈਲੈਂਡ ਦੇ ਵਿੱਚ ਘਿਰ ਕੇ ਰਹਿ ਗਈ. ਤੇ ਜੇ ਇਹ ਬੀਜੇਪੀ ਇਸੇ ਤਰ੍ਹਾਂ ਕਰੇਗੀ ਤੇ ਹਿੰਦੁਸਤਾਨ ਨੂੰ ਉਸੇ ਪਾਸੇ ਵੱਲ ਹੀ ਲੈ ਕੇ ਜਾਏਗੀ. ਮੇਰਾ ਕਹਿਣਾ ਕੀ ਕੰਮ ਹੈ. ਸ਼ੌਰਾ ਸਿੰਘ ਜੀ ਬਹੁਤ ਸੋਹਣਾ ਤੁਸੀਂ ਆਨਸਰ ਦਿੱਤਾ. ਜੀਵਨ ਗਿਲ ਜੀ ਨਹੀਂ, ਇਟਸ ਇੰਟਰਸਟਿੰਗ ਮੂਵ ਹੈਗੀ ਆ, ਪਰ ਉਹਦੇ ਨਾਲ 1-2 ਚੀਜ਼ਾਂ ਹੋਰ ਵੀ ਸਾਈਡ ਤੇ ਵਾਚ ਕਰਨ ਵਾਲੀਆਂ ਹੈਗੀਆਂ. ਹਾਂਜੀ, ਉਹਨਾਂ ਨੇ ਜਿਹੜੇ ਆਪਾਂ ਸ਼ੁਰੂਆਤ ਕੀਤੀ ਸੀ ਕਿ ਵੀ ਲਾਸਟ ਡੇ ਤੇ ਉਹ ਮਿਲੇ ਹੈਗੇ ਸਿੱਖ ਰਿਲੀਜੀਅਸ ਬੰਦੇ ਵੀ ਸੀਗੇ ਜਾਂ ਸੀਚੇ ਵਾਲੇ ਸੀਗੇ ਜਾਂ ਨਾਨਕਸਰੀਏ ਸੀਗੇ ਜਾਂ ਈਵਨ ਹੋਰ ਵੀ ਗਰੁੱਪ ਸੀਗੇ ਜਿਹੜੇ ਉਹਨਾਂ ਨੇ ਮਿਲੇ ਹੈਗਾ. ਮੇਨਲੀ ਸੰਤ ਸਮਾਜ ਹੀ ਸੀ ਨਾ. ਹਾਂਜੀ, ਉਹਦੇ 'ਚ ਇੱਕ ਚੀਜ਼ ਵੇਖਣ ਵਾਲੀ ਹੈਗੀ ਆ ਵੀ ਇਹ ਇਕੱਲਾ ਮੋਦੀ ਸਾਹਿਬ ਵੱਲੋਂ ਆਇਆ ਹੈਗਾ ਕਿ ਇਟ ਇਜ਼ ਕਮ ਫਰੋਮ ਦੀ ਬੀਜੇਪੀ. ਕਿਉਂਕਿ ਬੀਜੇਪੀ ਦੇ ਉਹਨਾਂ ਦੇ ਆਪਸ ਦੇ ਵਿੱਚ ਚਾਹੇ ਉਹ ਫੇਸ ਆਫ ਦੀ ਬੀਜੇਪੀ ਹੈਗੀ ਆ, ਪਰ ਫਿਰ ਵੀ ਉਹਦੇ 'ਚ ਜਿਹੜਾ ਆਪਾਂ ਈਵਨ ਕਿਸਾਨਾਂ ਦੇ ਵੇਲੇ ਵੀ ਦੇਖਿਆ ਸੀਗਾ, ਉਹਨਾਂ ਦੇ ਬਾਕੀ ਜਿਹੜੇ ਮਿਨਿਸਟਰ ਹੈਗੇ ਬਾਕੀਆਂ ਦੀ ਸਟੇਟਮੈਂਟਸ ਆਰ ਆਲਵੇਜ਼ ਕਮਸ ਆਪੋਜ਼ਿਟ, but he's trying to do different things. Like same scenario ਦੇ ਵਿੱਚ ਸਾਨੂੰ ਇਹ ਵਾਚ ਕਰਨਾ, ਵੇਟ ਐਂਡ ਵਾਚ ਕਰਨੀ ਪੈਣੀ ਹੈਗੀ ਆ ਵੀ ਇਹਦਾ ਇੰਪੈਕਟ ਕੀ ਪੈਂਦਾ ਹੈਗਾ. ਪਹਿਲੀ ਗੱਲ ਤਾਂ ਇਲੈਕਸ਼ਨ ਤੇ ਐਂਡ ਇਨ ਦੀ ਲੌਂਗ ਰਨ ਵੀ ਇਹ ਸਾਡੇ ਤੇ ਕੀ ਇੰਪੈਕਟ ਪਾਉਂਦੇ ਹੈਗੇ ਆ. ਇਸ ਦੇ ਨਾਲ ਕੀ ਅਸੀਂ ਇਸ ਚੀਜ਼ ਨੂੰ ਅਸੈਪਟੇਬਲ ਕਰਾਂਗੇ ਜਾਂ ਇਸ ਚੀਜ਼ ਨੂੰ ਰਿਜੈਕਸ਼ਨ ਕਰਾਂਗੇ ਵੀ ਹਾਂ ਵੀ ਇਟ ਇਜ਼ ਵੇਅਰ ਦੇ ਆਰ ਗੋਇੰਗ ਔਰ ਵੇਅਰ ਵੀ ਵਾਂਟ ਟੂ ਗੋ. ਜੇ ਤਾਂ ਐਜ਼ ਅਸੀਂ ਇੰਡੀਆ ਦੇ ਜਾਂ ਭਾਰਤ ਦੇ ਹਿਸਾਬ ਨਾਲ ਵੇਖੀਏ ਵੀ ਇਹ ਐਡਵਰਸ ਕੰਟਰੀ ਹੈਗੀ ਆ, ਜੇ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਤਾਂ ਉਹਦੇ 'ਚ ਦੇਸ਼ ਦਾ ਭਲਾ ਹੈਗਾ.
ਤੇ ਜੇ ਉਹਦੇ 'ਚ ਇਹ ਯਾਨੀ ਕਿ ਪੋਲੀਟੀਕਲ ਗੇਮਸ ਕਰਨਗੇ ਲੌਂਗ ਰਨ ਦੇ ਵਿੱਚ ਇਹਦੇ 'ਚ ਕੰਟਰੀ ਦਾ ਨੁਕਸਾਨ ਹੋ ਸਕਦਾ ਹੈਗਾ। ਨੁਕਸਾਨ ਹੋਏਗਾ। ਚਲੋ, ਬਿਊਟੀਫੁਲ। ਜੀਵਨ ਹਾਂਜੀ, ਗਿੱਲ ਜੀ, ਆਪਣੇ ਹਰਭਜਨ ਸਮਰਾ ਜੀ। ਹਾਂਜੀ, ਮੈਨੂੰ ਲੱਗਦਾ ਨਾ ਮੋਦੀ ਜਾਂ ਬੀਜੇਪੀ ਜਿਹੜੇ ਆ ਇਹ ਨਾ ਮਲਮ ਤੇ ਲੂਣ ਇਕੱਠਾ ਹੀ ਰੱਖਦੇ ਕੋਲ ਹੀ ਆਪਦੇ। ਇੱਕ ਬੰਨੇ ਤਾਂ ਇਹਨਾਂ ਨੇ ਇੱਕ ਬੰਨੇ ਤਾਂ ਇਹਨਾਂ ਨੇ ਸਿੱਖਾਂ ਦੇ ਸਾਰੇ ਸੰਤ ਸਮਾਜ ਦੇ ਨਾਲ ਕੱਲੇ ਨਾਲ ਗੱਲ ਕਰਕੇ ਮੀਡੀਆ ਤੇ ਪਾਈ ਹੈ ਨਾ। ਦੂਸਰੇ ਬੰਨੇ ਜਿਹੜਾ ਬੰਦਾ ਦੂਸਰਾ ਜਿਸ ਬੰਦੇ ਨੂੰ ਹੁਣ ਤੇ ਹੀ ਇੰਨੇ ਘਟੀਆ ਕੰਮ ਕੀਤੇ ਉਹਨੇ ਸਰਸਾ ਵਾਲੇ ਸਾਧ ਨੇ, ਉਹਨੂੰ ਐਨ ਇਲੈਕਸ਼ਨ ਦੇ ਟਾਈਮ ਦੇ ਉੱਤੇ ਕੱਢਿਆ ਹੈਨਾ। ਉਧਰੋਂ ਮਲ ਮਿਲਾਤੀ ਕਿ ਸਾਡੇ ਸੰਤ ਸਮਾਜ ਨੂੰ ਇਕੱਠਾ ਕਰ ਲਿਆ, ਉਧਰੋਂ ਲੂਣ ਪਾਤਾ ਵੀ ਆ ਤੁਹਾਡਾ ਬੰਦਾ ਆ ਗਿਆ ਤੁਹਾਡੇ ਲਈ ਜਿਹੜਾ ਤੁਹਾਡੇ ਚੱਲਦਾ, ਜਿਹੜਾ ਤੁਹਾਡੇ ਗੁਰੂ ਦੀ ਬੇਅਦਬੀ ਕਰਦਾ। ਉਹ ਸਾਰਾ ਉਹ ਚੀਜ਼ ਨੂੰ ਸਪਾਈਸੀ ਬਣਾ ਕੇ ਰੱਖਦੇ ਆ। ਨੰਬਰ 2 ਤੇ ਜਿਹੜੀ ਵੀ ਗਵਰਨਮੈਂਟ ਆਉਂਦੀ ਆ ਐਕਚੁਅਲੀ ਜੇ ਤਸ਼ੱਦਦ ਕੀਤੇ ਤੁਸੀਂ ਦੇਖੋ ਆਪਾਂ ਸਾਰੇ ਅਸੀਂ ਤੇ ਪਿੰਡਾਂ ਚੋਂ ਸ਼ਹਿਰਾਂ ਚੋਂ ਸੈਮੀ ਮਤਲਬ ਕਿ ਲਿਵਿੰਗ ਵਾਲੇ ਬੰਦੇ ਆ, ਸ਼ਹਿਰਾਂ ਨਾਲ ਵੀ ਵਾਸਤਾ ਸਾਡਾ ਉੱਥੇ ਪਿੰਡਾਂ ਨਾਲ ਵੀ ਕਿ ਸਾਰੇ ਹਿੰਦੂ ਬੇਸਿਕਲੀ ਉੱਥੇ ਸਾਡੇ ਤਾਂ ਹਿੰਦੂ ਤੇ ਮੁਸਲਮਾਨ ਹੀ ਆ ਨਾ। ਹਿੰਦੂ ਤੇ ਮੁਸਲਮਾਨ ਐਜ਼ ਏ ਸੁਸਾਇਟੀ ਦੇ ਆਰ ਟੂਗੈਦਰ। ਜਦੋਂ ਪੋਲੀਟੀਕਲੀ ਲੋਕੀ ਆ ਕੇ ਉਹਨਾਂ ਦੇ ਵਿੱਚ ਪਾੜੇ ਪਾਉਂਦੇ ਆ ਉਦੋਂ ਥੋੜਾ ਬਹੁਤਾ ਮਾੜਾ ਮੋਟਾ ਇਕੁਏਸ਼ਨ ਜਿਹੜੀ ਹੈਲਦੀ ਆ, ਨਹੀਂ ਤਾਂ ਦੇ ਆਰ ਆਲ ਟੂਗੈਦਰ। ਤੇ ਤੁਸੀਂ ਔਰੰਗਜ਼ੇਬ ਤੋਂ ਲਾ ਲਓ, ਤੁਸੀਂ ਅੰਗਰੇਜ਼ਾਂ ਤੋਂ ਲਾ ਲਓ, ਤੁਸੀਂ ਕਾਂਗਰਸ ਤੋਂ ਲਾ ਲਓ, ਤੁਸੀਂ ਸਾਡੇ ਸਿੱਖ ਲੀਡਰ ਜਦੋਂ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਉਸ ਵੇਲੇ ਸਿੱਖੀ ਪ੍ਰੈਜ਼ੀਡੈਂਟ ਸੀ, ਉਸ ਵੇਲੇ ਸਿੱਖੀ ਜਿਹੜਾ ਸੀਗਾ ਉਹ ਹੋਮ ਮਿਨਿਸਟਰ ਸੀਗਾ ਤੇ ਸਿੱਖੀ ਹੋਰ ਸੀਗੇ ਸਾਰੇ। ਇਹ ਡਾਇਨੋਟ ਮੈਟਰ ਕਿਹੜਾ ਬੰਦਾ ਉਸ ਵੇਲੇ ਜਿਹੜਾ ਹਕੂਮਤ ਵਿੱਚ ਆ ਫਾਲਟ ਉਹਨਾਂ ਦਾ ਆ। ਉਹ ਕੋਈ ਵੀ ਹੋਵੇ ਅੰਟਲ ਦੇ ਡੋਂਟ ਮੇਕ ਰਾਈਟ ਡਿਸੀਜਨ, ਕਿਉਂਕਿ ਉਹਨਾਂ ਸਾਰਿਆਂ ਨੇ ਉਹੀ ਬੁੱਕਾਂ ਪੜ੍ਹੀਆਂ ਅੰਗਰੇਜ਼ਾਂ ਤੋਂ, ਡਿਵਾਈਡ ਐਂਡ ਰੂਲ। ਜਿਹੜੇ ਸਾਡੇ ਬੰਦੇ ਸਿੱਖ ਲੀਡਰ ਆ ਉਹ ਵੀ ਡਿਵਾਈਡ ਐਂਡ ਰੂਲ ਹੀ ਕਰਦੇ ਆ, ਹਿੰਦੂ ਵੀ ਉਹੀ ਕਰਦੇ ਆ, ਮੁਸਲਮਾਨ ਵੀ ਉਹੀ ਕਰਦੇ। ਸੋ there's no difference। ਹੁਣ ਇਹਨਾਂ ਲੋਕਾਂ ਨੇ basically they are destroying the concept of democracy। These people are really danger to democracy। ਜੇ ਇਹ ਲੋਕੀ ਨਹੀਂ ਸਮਝਦੇ ਹੋ ਸਕਦਾ ਇੱਕ ਦਿਨ ਡੈਮੋਕ੍ਰੇਸੀ ਦੇ ਵਿੱਚ ਵੀ they are inviting the revolutions and democracy that people have to live। Okay, thank you। Thank you। ਆਪਣੇ ਇੱਕ ਮਿੰਟ ਮੈਂ go ahead ਗੁਪਤਾ ਜੀ ਤੁਹਾਡੀ ਵਾਰੀ। ਗੁਪਤਾ ਜੀ, ਜਿਹੜੀ ਕਿਉਂਕਿ ਸਿਆਲ ਸਾਹਿਬ ਦਾ ਔਰ ਜਿਹੜੀ ਮੋਦੀ ਗਵਰਨਮੈਂਟ ਦਾ ਜਿਹੜਾ ਏਜੰਡਾ ਹੈ ਨਾ ਉਹ ਸਿਰਫ ਟੈਂਪਲ ਗੁਰਦੁਆਰੇ ਮਸਜਿਦਾਂ ਹੀ ਹੈ। ਹੁਣ ਯੂਪੀ 'ਚ ਜਾਂ ਮੋਦੀ ਸਾਹਿਬ ਜਾਂਦੇ ਨੇ ਉਹ ਆਪੋਜੀਸ਼ਨ ਪਾਰਟੀ ਨੂੰ ਟੈਰਰਿਸਟ ਕਹਿੰਦੇ ਨੇ, ਸਮਾਜਵਾਦੀ ਪਾਰਟੀ ਟੈਰਰਿਸਟ ਹੈ। ਮੈਂ ਸਮਝਦਾ ਮੋਦੀ ਸਾਹਿਬ ਸਭ ਤੋਂ ਵੱਡੇ ਟੈਰਰਿਸਟ ਹੈ। ਕਿਉਂ? ਕਿਉਂਕਿ ਜੇ ਤੁਸੀਂ ਦੂਜਿਆਂ ਨੂੰ ਟੈਰਰਿਸਟ ਕਹੋਗੇ, ਯਾਰ ਤੁਸੀਂ ਕੰਟਰੀ ਬਣਿਆ, IITs ਬਣੀ, ਰੇਲਵੇ ਬਣਿਆ, ਕਿ ਮੋਦੀ ਸਾਹਿਬ ਨੇ ਸਾਰਾ ਬਣਾਤਾ। ਗੁਜਰਾਤ ਦੀ ਇੰਡਸਟਰੀਅਲ ਰੈਵੋਲੂਸ਼ਨ ਆਇਆ, ਹੁਣ ਕੀ ਹੋ ਰਿਹਾ ਇੰਡੀਆ ਦਾ ਇੰਨਾ ਡੈਟ ਹੈ ਕਿ ਦੇ ਆਰ ਸੈਲਿੰਗ ਨੈਸ਼ਨਲ ਵੈਲਥ, LIC, ਰੇਲਵੇ ਲੈਂਡਸ। ਹੂ ਬਿਲਡ ਦੈਟ? ਤੁਸੀਂ ਕਿਸੇ ਨੂੰ ਕ੍ਰੈਡਿਟ ਹੀ ਨਹੀਂ ਦਿੰਦੇ ਯਾਰ। ਤੁਸੀਂ ਕਹੀ ਜਾਂਦੇ ਅਸੀਂ ਸਭ ਕੁਝ ਕੀਤਾ ਹੈ। ਅੱਜ ਗੁਪਤਾ ਸਾਹਿਬ ਉਹਨਾਂ ਨੇ ਕਦੇ ਟੈਰਰਿਸਟ ਨਹੀਂ ਕਿਹਾ, ਮੀਡੀਆ ਕਹਿੰਦਾ ਹੈਗਾ ਉਹਨੂੰ ਸਟਾਪ ਕਰਨਾ ਚਾਹੀਦਾ। ਦੇ ਹੈ ਤੁਸੀਂ ਰੀਡ ਹਿਸ ਜਿਹੜੀ ਦਿੱਲੀ ਉੱਥੇ ਯੂਪੀ ਦੇ ਅੰਦਰ ਜਿਹੜੀ when you give a blind eye you are a party to it, aren't you? ਚਲੋ ਐਨੀਵੇ ਪ੍ਰਵੀਨ ਜੀ। ਥੈਂਕ ਯੂ। ਹਾਂਜੀ ਜੀ, ਇੱਕ ਮਿੰਟ ਗਰੇਵਾਲ ਸਾਹਿਬ। ਚਲੋ ਜੀ, ਹਾਂ ਕੁਮਾਰ ਸਾਹਿਬ ਚਲੋ। ਮੈਂ 2 ਮਿੰਟ ਪ੍ਰਵੀਨ ਜੀ ਨਾਲ ਜਿਹੜਾ ਇਹਨਾਂ ਨੇ ਗੱਲ ਕੀਤੀ ਉਹਦਾ ਥੋੜਾ ਜਵਾਬ ਹੈ ਕਿ ਜੇ ਆਪਾਂ ਮਹਾਭਾਰਤ ਨੂੰ ਪੜ੍ਹੀਏ ਪ੍ਰਵੀਨ ਜੀ, ਉਹਦੇ ਤਾਂ ਕੋਈ ਮੁਸਲਮਾਨ ਨਹੀਂ ਸੀ। ਮਹਾਭਾਰਤ ਦੀ ਤਾਂ ਆਪਾਂ ਗੱਲ ਵੀ ਨਹੀਂ ਕਰ ਰਹੇ। ਮੈਂ ਪੁਆਇੰਟ ਦੀ ਗੱਲ ਔਰੰਗਜ਼ੇਬ ਦੀ ਗੱਲ ਲੱਗਿਆ ਕਰਨਾ। ਮੈਂ ਕਿਹਾ ਜੋ ਔਰੰਗਜ਼ੇਬ ਦੇ ਵਿੱਚ ਸਕੀਜ਼ੋਫਰੇਨੀਆ ਦਾ ਪੈਰਾਨੋਡ ਸਕੀਜ਼ੋਫਰੇਨੀਆ ਦੇ ਟ੍ਰੇਟ ਸੀਗੇ, ਉਹੀ ਦੁਰਯੋਧਨ ਵਿੱਚ ਉਹੀ ਦੁਰਯੋਧਨ ਦਾ ਬਾਪ ਤਾਂ ਅੰਨਾ ਸੀ, ਠੀਕ ਹੈ, ਉਹਦੀ ਤਾਂ ਪ੍ਰੋਬਲਮ ਸੀ। ਉਹਦੀ ਮਾਂ ਨੇ ਵੀ ਅੱਖਾਂ ਤੇ ਪੱਟੀ ਬੰਨ ਲਈ ਤੇ ਮੈਂ ਨਾ ਦੇਖਾਂ ਮੇਰਾ ਪੁੱਤ ਕੀ ਕਰਦਾ। ਤੇ ਉਹ ਸਾਰੇ ਦੇ ਜਦੋਂ ਇੱਕ ਸ਼ਬਦਾਵਲੀ ਅਸੀਂ ਮੈਂਟਲ ਹੈਲਥ ਦੇ ਵਿੱਚ ਸ਼ਬਦ ਯੂਜ਼ ਕਰਦੇ ਆ,
ਆਇਡੈਂਟੀਫਿਕੇਸ਼ਨ ਵਿਦ ਦੀ ਅਗਰੈਸਰ। ਤੁਸੀਂ ਤਾਂ ਮੈਡੀਕਲ ਫੀਲਡ ਦੇ ਵਿੱਚ ਹੋ, ਤੁਸੀਂ ਵੀ ਇਹ ਸੁਣਿਆ ਹੋਵੇਗਾ, ਜਦੋਂ ਵੀ ਕੋਈ ਪਾਵਰ ਦੇ ਵਿੱਚ ਬੰਦਾ ਹੁੰਦਾ ਨਾ, ਤੇ ਜਿਹੜੇ ਛੋਟੇ ਛੋਟੇ ਬੰਦੇ ਸਾਡੇ ਵਰਗੇ ਉਹ ਵੀ ਪਾਵਰਫੁਲ ਬੰਦਿਆਂ ਨਾਲ ਰਲ ਜਾਂਦੇ ਆ, ਚੇਲੇ ਚਪਟੇ, ਠੀਕ ਹੈ ਨਾ। ਤੇ ਇਹ ਚ ਸਾਡਾ ਫਾਇਦਾ ਹੁਣ ਭਾਵੇਂ ਮਰ ਨਹੀਂ, ਜਿੱਦਾਂ ਮਹਾਭਾਰਤ ਚ ਹੋਇਆ, ਰਾਈਟ, ਚਾਹੇ ਪੀਤਮ ਪਸ਼ਾਮਾ ਹੋਵੇ, ਚਾਹੇ ਦਰੋਣਾਚਾਰਿਆ ਹੋਵੇ, ਚਾਹੇ ਉਹਦੇ ਵਿੱਚ ਕਰਨ ਹੋਵੇ, ਚਾਹੇ ਜਿਹੜੇ ਵੀ ਮਹਾਰਥੀ ਸੀਗੇ, ਉਹ ਸਾਰੇ ਦੇ ਸਾਰੇ ਦੁਰਯੋਧਨ ਨਾਲ ਜਾ ਕੇ ਖੜੇ ਹੋ ਗਏ, ਜਦਕਿ ਸੱਚਾਈ ਪਤਾ ਸੀ ਉਹਨਾਂ ਨੂੰ ਵੀ ਦ੍ਰੋਪਦੀ ਨਾਲ ਮਾੜਾ ਹੋਇਆ। ਉਹ ਇੱਕੋ ਹੀ ਬੰਦਾ ਖੜਾ ਹੋਇਆ ਜਿਹੜਾ ਨਿਊਟਰਲ ਸੀਗਾ, ਉਹ ਸੀਗਾ ਲਾਰਡ ਕ੍ਰਿਸ਼ਨਾ। ਔਰ ਲਾਰਡ ਕ੍ਰਿਸ਼ਨਾ ਦੇ ਵੀ ਤੁਹਾਨੂੰ ਪਤਾ ਮਾਮਾ ਕੰਸ ਮਾਮਾ ਜਿਹੜਾ, ਉਹ ਵੀ ਹਿੰਦੂ ਹੀ ਸੀ। ਯੈਸ, ਉਦੋਂ ਦੇਖੋ ਜੀ, ਹਿੰਦੂ ਤਾਂ ਉਦੋਂ ਕੋਈ ਵੀ ਨਹੀਂ ਸੀਗਾ। ਨਹੀਂ, ਉਹ ਤਾਂ ਸਾਰੇ ਸਨਾਤਨੀ ਸੀਗੇ। ਜਿੱਦਾਂ ਮਰਜ਼ੀ ਕਹੀ ਜਾਏ, ਹੁਣ ਇੰਟਰਪ੍ਰੀਟੇਸ਼ਨ ਆ ਨਾ। ਹਿੰਦੂ ਤਾਂ ਨਾਮ ਆਇਆ ਅਲੈਗਜ਼ੈਂਡਰ ਦੇ ਟਾਈਮ ਤੇ ਆਇਆ। ਉੱਥੇ ਹਿੰਦੂ ਕੌਣ ਕਹਿੰਦਾ ਸੀਗਾ ਹਿੰਦੂ? ਫਿਰ ਉਹ ਸਨਾਤਨ ਧਰਮ ਕਰ ਲਓ ਬਸ ਫਿਰ ਸਨਾਤਨੀ ਕਹਿ ਲਓ। ਲੇਕਿਨ ਅਸੀਂ ਪ੍ਰੈਜ਼ੈਂਟ ਹਿਸਟਰੀ ਨਾਲ ਗੱਲ ਕਰ ਰਹੇ ਹਾਂ, ਅਗਰ ਐਂਸ਼ੀਅੰਟ ਹਿਸਟਰੀ ਦੀ ਗੱਲ ਨਹੀਂ ਕਰ ਰਹੇ। ਨਹੀਂ, ਮੈਂ ਜਿਹੜੀ ਗੱਲ ਤੁਹਾਡੀ ਦਾ ਜਵਾਬ ਦੇ ਰਿਹਾ, ਆਈ ਅੰਡਰਸਟੈਂਡ, ਮੈਂ ਵੀ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ। ਔਰੰਗਜ਼ੇਬ ਨੇ ਆਪਣੇ ਪਿਓ ਨੂੰ ਜੇਲ੍ਹ ਚ ਪਾਤਾ, ਆਪਣੇ ਭਰਾ ਮਰਾਤ ਤੇ ਡਸਨਟ ਮੈਟਰ, ਭੈਣ ਨੂੰ ਜੇਲ੍ਹ ਚ ਪਾਤਾ। that was their DNA. That was their DNA. As far as I'm concerned, ਜਿਹੜੇ DNA, ਪਰਸ਼ੌਰਾ ਸਾਹਿਬ ਨੇ ਬਹੁਤ ਅੱਛਾ ਪੁਆਇੰਟ ਰੇਜ਼ ਕੀਤਾ, ਜਿਹੜੇ ਇੰਡੀਆ ਦੇ ਸਾਰੇ ਹੈਗੇ DNA ਤੋਂ ਆਪਾਂ ਸਾਰੇ ਇੱਕ ਹੈਗੇ ਆ, ਲੇਕਿਨ ਕਈ ਕਮਿਊਨਿਟੀਜ਼ ਆਪਣੇ ਆਪ ਨੂੰ ਸੈਪਰੇਟ ਗਿਣਦੀਆਂ। ਉਹਨਾਂ ਨੂੰ ਜੋੜਨਾ ਆਪਾਂ, ਉਹਨਾਂ ਨੂੰ ਉਹ ਠੀਕ ਹੈ, ਬਿਲਕੁਲ ਜੋੜਨਾ, ਮੈਂ ਤੁਹਾਡਾ ਮੰਨਦਾ, ਲੇਕਿਨ ਉਹ ਜਿੰਨੀ ਦੇਰ ਤਾਈਂ ਮੈਜੋਰਿਟੀ ਆਫ them don't have a problem। ਮੁਸਲਿਮ ਕਮਿਊਨਿਟੀ ਦੇ ਵਿੱਚ ਜਿਹੜੇ ਹੈਗੇ ਨੇ 90% ਆਫ them don't have a problem। ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਦੇ ਨਾਲ ਮਤਲਬ ਹੈਗਾ, ਪਰ ਲੇਕਿਨ ਜਿਹੜੇ 10% ਜਿਹੜੇ ਪੋਲੀਟੀਕਲੀ ਐਕਟਿਵ ਹੁੰਦੇ ਨੇ, ਉਹ ਜ਼ਿਆਦਾ ਵੋਕਲ ਹੈ। So they give vent to the whole thing, and this is true of any community, really. ਪੋਲਿਟਿਕਸ ਡਿਵਾਈਡ ਐਂਡ ਰੂਲ ਤਾਂ ਸਾਰੀਆਂ ਹੀ ਪਾਰਟੀਆਂ ਕਰਦੇ, ਕਦੇ ਮੋਦੀ ਜੀ ਇੱਥੇ ਕਾਂਗਰਸ ਜਾਂ ਦੂਜੇ ਸਟੇਟ ਤੇ ਦੇਖੇ ਸਾਰੇ ਪਾਰਟੀ ਮੇਬੀ ਬੇਸਡ ਔਨ ਰਿਲੀਜਨ ਔਰ ਕਾਸਟ ਜਾਂ ਕਿਵੇਂ ਵੀ ਹੈ ਉਹ ਡਿਵਾਈਡ ਕਰਦੇ ਹੈਗੇ ਆ। ਤੇ ਸੋ ਇਸ ਕਰਕੇ ਜੇ ਮੋਟਾ ਜਿਹਾ ਜੋ ਡਾਕਟਰ ਗੁਪਤਾ ਜੀ ਨੇ ਕਿਹਾ, ਆਈ ਟੋਟਲੀ ਐਗਰੀ ਕੀਤਾ, ਜਿਹੜੀ ਲਾਈਨ ਉਹਨਾਂ ਦੀ ਹੈ ਆਈ ਟੋਟਲੀ ਐਗਰੀ ਵਿਦ। ਔਰ ਅਨਫੋਰਚੂਨੇਟਲੀ ਰਿਸਪੈਕਟਫੁਲੀ ਆਈ ਡਿਸਐਗਰੀ ਵਿਦ ਡਾਕਟਰ ਪ੍ਰਵੀਨ, ਜਿਹੜਾ ਕੰਸੈਪਟ ਉਹਨਾਂ ਨੇ ਲਿਆ ਹੈਗਾ। ਮੋਦੀ ਦੇਖੋ ਜੀ, ਕਹਿਣ ਨੂੰ ਤਾਂ ਜੋ ਮਰਜੀ ਕਹੇ, ਸਭ ਦਾ ਸਾਥ ਸਭ ਦਾ ਵਿਕਾਸ, ਔਰ ਨੀਚੇ ਜਿਹੜਾ ਸਾਰਾ ਕੈਡਰ ਹੈ ਉਹਨਾਂ ਦੀ ਜਿਹੜੀ ਲੈਂਗੁਏਜ ਵਨ ਟੋਨ ਹੈਗੀ, ਵਨ ਸਾਈਡਡ ਟੋਨ ਹੈਗੀ ਹੈ, ਦੈਟਸ ਵੈਰੀ ਕਲੀਅਰ। ਡਿਵਾਈਡ ਤਾਂ ਉਹਨਾਂ ਨੇ ਕੀਤਾ ਹੋਇਆ, ਪਰ ਬਿਕਾਜ਼ देयर ਏਜੰਡਾ ਇਜ਼ ਵੈਰੀ ਕਲੀਅਰ। ਡਾਕਟਰ ਗੁਪਤਾ ਨੇ ਖੁੱਲ ਕੇ ਬੋਲੇ, ਆਪਾਂ ਜਾਣਦੇ ਹੋਏ ਵੀ ਕਈ ਵਾਰੀ ਉਹ ਵਰਡ ਨਹੀਂ ਯੂਜ਼ ਕਰਦੇ ਜਾਂ ਅਸੀਂ ਕਹਿਣਾ ਨਹੀਂ ਚਾਹੁੰਦੇ ਹੁੰਦੇ, ਕਿਉਂ? ਦੈਟਸ ਅ ਡਿਫਰੈਂਟ ਰੀਜ਼ਨ। ਸੋ ਡਿਵਾਈਡ ਉਹਨਾਂ ਨੇ ਕੀਤਾ, ਪਰ ਜਿੱਥੋਂ ਤੱਕ ਜਦੋਂ ਪੋਲਿਟਿਕਸ ਜਾਂ ਬੈਨੀਫਿਟ ਦੀ ਗੱਲ ਹੋਵੇ, ਉਹਨਾਂ ਨਾਲ ਵੀ ਜੱਫੀ ਪਾ ਲੈਂਦੇ। ਜਾਂ PDP ਨਾਲ ਜਿਹੜੇ ਜੰਮੂ ਕਸ਼ਮੀਰ ਚੋਂ ਲੋੜ ਸੀ, ਜੱਫੀ ਪਾਈ ਸੀ। ਪਹਿਲਾਂ ਵੀ ਟੈਰਰਿਸਟ ਕਿਹਾ ਸੀ ਉਹਨਾਂ ਨੂੰ, ਬਾਅਦ ਚ ਵੀ ਟੈਰਰਿਸਟ ਕਿਹਾ ਸੀ। ਚੀਮਾ ਜੀ, ਤੁਸੀਂ ਬਹੁਤ ਅੱਛੇ ਤਰੀਕੇ ਨਾਲ ਸਾਰਾ ਕੀਤਾ। ਪ੍ਰਵੀਨ ਸਾਹਿਬ, ਬਿਲਕੁਲ ਤੁਸੀਂ ਰਾਈਟ ਕਈ ਗੱਲਾਂ ਤੇ ਹੈਗੇ ਹੋ, ਪਰ ਗੱਲ ਇਹ ਹੈਗੀ ਆ, ਕਿਉਂਕਿ ਹੁਣ ਜਿਹੜਾ ਮਸਲਾ ਹੈਗਾ, ਕਿਉਂਕਿ ਸਾਡਾ ਕੰਟਰੀ ਆ ਨਾ, ਇਹ ਬੜਾ ਬੈਡ ਸਿਚੁਏਸ਼ਨ ਜਾ ਰਿਹਾ। ਉਧਰ ਤਾਂ COVID-19 ਦਾ ਕੰਮ ਹੋ ਰਿਹਾ, ਵੱਡੇ ਵੱਡੇ ਕੰਟਰੀ ਸਰਵਾਈਵ ਨਹੀਂ ਕਰ ਸਕਦੇ। ਅਮਰੀਕਾ ਚ ਸਾਰੇ ਵੱਡੇ ਵੱਡੇ ਬਿਜ਼ਨਸ ਕਲੋਜ਼ ਹੋ ਰਿਹਾ, ਇੰਡੀਆ ਵੱਡਾ ਕਲੋਜ਼ ਹੋ ਰਿਹਾ। ਅਸੀਂ ਹਿੰਦੂ ਸਿੱਖ ਮੁਸਲਮਾਨਾਂ ਦੀਆਂ ਗੱਲਾਂ ਕਰੀ ਜਾਵਾਂਗੇ, ਇਹ ਕੰਟਰੀ ਸਾਡਾ ਕਿੱਥੇ ਜਾਏਗਾ? ਫਿਰ ਚਾਈਨਾ ਤੋਂ ਉੱਪਰ ਜਾਣਾ ਹੀ ਜਾਣਾ ਹੈਗਾ। ਸੋ ਮੈਂ ਐਜ਼ ਏ ਇੰਜੀਨੀਅਰ, ਮੈਂ 24 ਘੰਟੇ ਲੱਗਿਆ ਰਹਿਣਾ ਪਿਛਲੇ 30 ਸਾਲ ਤੋਂ, ਬਈ ਇੰਡੀਆ ਮੈਨੂਫੈਕਚਰ ਕਰਕੇ ਦੁਨੀਆ ਨੂੰ ਕੰਟਰੋਲ ਕਰ ਲਵੇ। ਨਹੀਂ, ਤੁਸੀਂ ਠੀਕ ਕਹਿ ਰਹੇ ਹੋ ਜੀ। ਇਹ ਹਾਂਜੀ, ਤੁਸੀਂ ਠੀਕ ਕਹਿ ਰਹੇ ਹੋ ਹਾਂਜੀ, ਕਿ ਵੀ where are we going to go with all this kind of situation? right. So the long run, the country, what is the state of affairs for the whole country? So that is no doubt a matter of great concern. बाकी ये है कि भाई जरा I did make this point, the divide and rule on the part of BJP, particularly in UP, is very clear. It's very clear because UP has the largest number of parliamentary seats. And that is their goal, is actually that to win all those seats, because it's going to make a very big difference. If they lose UP, they are going to have a big setback. So they want to win UP, and in order to win UP, because of the Muslim population and the Hindu population, they want to win UP based on the Hindu population. I doubt it very much if they will get more than 2% or
3% of the Muslim votes actually in UP. They are not going to get that actually like that. But they are trying to make sure that all the Hindu votes don't go to other political parties, that they get it like that over there. So this is what my actually observation is, particularly in UP, it is working. And they try to do that in Bengal also, but somehow Mamata Banerjee, she is so smart, she overcome that problem. She knew how to handle it like that. So BJP did try to use that tactic in Bengal also, but it didn't work over there. Thank you, Kapoor बाकी sahab. ये है कि भाई, हाँ, no बोलो, बोलो. doubt there are some bad chapters in the history, but we have to now make new chapters in the history. And if we are keep on actually looking at and brooding over the old chapter, what Aurangzeb did, yes, he did bad thing, no doubt. He did very bad things to Guru Gobind Singh Ji and to the Shah Sahibzade, and they were very bad things. How long we are going to carry on these kind of feelings? If we have to rebuild this country, we have to really think a new way of thinking, new way of living together. So country's unity depends upon where all the communities, whether you're a Sikh, Christian, or Muslim, have to learn how to live together as brothers and sisters. And Okay. that's what actually, I'm sorry to bring Gandhi's name, that was his message actually, that we have to give up this hatred that we have created, and we have to learn how to live together as brothers and sisters in India. ਬਿਊਟੀਫੁਲ ਕਪੂਰ ਸਾਹਿਬ ਇੱਕ ਕਮੈਂਟ ਸਾਰਿਆਂ ਨੇ ਲੈ ਕੇ ਕਲੋਜ਼ ਕਰਾਂਗੇ ਆਪਾਂ ਇਸ ਤੋਂ ਬਾਅਦ ਵੈਸੇ ਤਾਂ ਜਦੋਂ ਤੁਸੀਂ ਡਿਵਾਈਡ ਐਂਡ ਰੂਲ ਦੀ ਗੱਲ ਕਰਦੇ ਹੋ ਤਾਂ ਪਾਰਟੀਆਂ ਸਾਰੀਆਂ ਹੀ ਕਰ ਰਹੀਆਂ ਨੇ ਉਧਰ ਬਾਦਲ ਗਰੁੱਪ ਆਪਦਾ ਬਣਾ ਕੇ ਦੂਜੀ ਪਾਰਟੀਆਂ ਲੱਗਿਆ ਹੋਇਆ ਉਧਰ ਕਾਂਗਰਸ ਵੀ ਕਰ ਲੈਂਦੀ ਹੈ ਇਹੋ ਜਿਹੇ ਕੰਮ ਹੇਠਾਂ ਤਾਂ ਤੋ ਇਸ ਕਰਕੇ ਥੋੜਾ ਜਿਹਾ ਮੋਦੀ ਜੀ ਜ਼ਿਆਦਾ ਕਰ ਲਿਆ ਹੋਣਾ ਤੇ ਇਸ ਕਰਕੇ ਆਪਾਂ ਕੋਸ਼ਿਸ਼ ਇਹ ਕਰੀਏ ਕਿ ਇਹਨੂੰ ਇਕੱਠਾ ਕਿਵੇਂ ਹੋ ਸਕਦਾ ਡਾਕਟਰ ਪ੍ਰਵੀਨ ਜੀ ਗੈਰੀ ਜੀ ਮੈਂ ਇੱਕ ਮਿੰਟ ਬੋਲਣਾ ਸਿਰਫ USA ਚ ਦੇਖੋ ਲੋਕ ਇਕੱਠੇ ਕਿਉਂ ਹੈ ਇੱਕ ਗੱਲ ਸਮਝੋ ਚਲੋ ਇਕਨੋਮੀ ਕਰਕੇ ਇੱਥੇ 110 ਕੰਟਰੀਆਂ ਦੇ ਲੋਕ ਰਹਿੰਦੇ ਨੇ ਇੱਥੇ ਡਿਫਰੈਂਟ ਨੈਸ਼ਨੈਲਿਟੀ ਦੇ ਲੋਕ ਰਹਿੰਦੇ ਕਿਉਂ ਇਕੱਠੇ ਇਕਨੋਮੀ ਜੇ ਇੰਡੀਆ ਦੀ ਇਕਨੋਮੀ ਨਹੀਂ ਚੱਲੇਗੀ ਤੁਹਾਡੇ ਕੋਲ ਜੇ ਇਕਨੋਮੀ ਦਾ ਏਜੰਡਾ ਨਹੀਂ ਹੈ ਤੁਸੀਂ ਹਿੰਦੂ ਮੁਸਲਿਮ ਸਿੱਖਾਂ ਦੀ ਗੱਲ ਕਰੋਗੇ ਤਾਂ ਹੀ ਰੂਲ ਕਰੋ ਜੇ ਅਮਰੀਕਾ ਦੇ ਅੰਦਰ ਇਕਨੋਮੀ ਇੱਥੇ ਬ੍ਰੇਕ ਹੋ ਜਾਏ ਲੋਕ ਲੜਨਗੇ ਨੈਸ਼ਨੈਲਿਟੀਆਂ ਲੜਨਗੀਆਂ So this is the situation. ਇਹ ਆਲਰੇਡੀ ਪੰਜਾਬ 'ਚ ਹੋ ਰਿਹਾ ਮੈਂ ਜਿਨ੍ਹਾਂ ਲੋਕਾਂ ਨਾਲ ਗੱਲ ਕਰਦਾ ਪੰਜਾਬ ਦੇ ਵਿੱਚ ਇਸੇ ਕਰਕੇ ਹੀ ਹੁਣ ਪੋਲੀਟੀਸ਼ੀਅਨ ਦਾ ਬੁਰਾ ਹਾਲ ਆ ਕੀਪ ਇਨ ਮਾਈਂਡ ਲੋਕਾਂ ਨੂੰ ਚੇਤਨਾ ਇੱਕ ਲਫ਼ਜ਼ ਪਿਸ਼ੌਰਾ ਸਿੰਘ ਨੇ ਪੈਦਾ ਕੀਤਾ ਪਹਿਲਾਂ ਚੇਤਨਾ ਮੈਂ ਤੁਹਾਨੂੰ ਨਹੀਂ ਸਮਝ ਰਿਹਾ ਚੇਤਨਾ ਅੱਛਾ ਇਹਨਾਂ ਨੇ ਚੇਤਨਾ ਵਰਡ ਬੜਾ ਅਵੇਅਰਨੈਸ ਦਾ ਦੱਸਿਆ I'm telling you ਕਿ ਪੰਜਾਬ ਦਾ ਜਿਹੜੀ ਚੇਂਜ ਆ ਰਹੀ ਆ ਨਾ ਇਹ ਚੇਂਜ ਆਏਗੀ ਜਦ ਤੁਸੀਂ ਮੈਨੂਫੈਕਚਰ ਕੋਈ ਲੈ ਕੇ ਨਹੀਂ ਆਉਣੀ ਕੋਈ ਲੀਡਰ ਨੇ ਗੱਲ ਨਹੀਂ ਉੱਥੇ ਕੀਤੀ ਸਾਰੇ ਹੀ ਬਾਹਾਂ ਵੱਡੀਆਂ ਕਰਕੇ ਉਹ ਹੋਰ ਹੀ ਗੱਲਾਂ ਜੀਆਂ ਕਰੀ ਜਾਂਦੇ ਨੇ ਚੰਨੀ ਨੇ ਉਹ ਕਹਿਤਾ ਉਹ ਕਹਿੰਦੇ ਮੋਦੀ ਨੇ ਆ ਕਹਿਤਾ ਜੀ ਤੂੰ ਇਹ ਕਹਿਤਾ ਦਿਸ ਇਜ਼ ਨੌਨਸੈਂਸ ਗੋਇੰਗ ਔਨ ਏਜੰਡਾ ਨਹੀਂ ਹੈ ਇਕਨੋਮਿਕ ਗੁਪਤਾ ਜੀ ਪਲੀਜ਼ ਮੈਨੂੰ ਵੀ ਟਾਈਮ 1 ਮਿੰਟ ਦੇ ਦਿਓ ਅੱਛਾ ਹੁਣ ਸਾਡਾ ਪਰਪਸ ਹੈਗਾ ਕਿ ਆਪਾਂ ਐਜ਼ ਏ NRI ਇੱਥੇ ਵੱਡੇ ਸਕਾਲਰ ਬੈਠੇ ਆ ਡਾਕਟਰ ਸੁਖਵਿੰਦਰ ਸਿੰਘ ਮੈਂ ਐਗਜ਼ਾਮਪਲ ਦਿੰਦਾ ਹੈਗਾ ਜਿਹੜਾ ਕਿ ਬਾਠ ਸਾਹਿਬ ਨੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ 30 ਸਾਲ ਤੋਂ 25 ਤੋਂ ਵੀ ਮੈਂ ਚੋਏ ਜਿੰਨੇ ਨਾ 20-25 ਆ ਜਿਹੜੇ ਉੱਥੇ ਡੈਮ ਨਿੱਕੇ ਬਣਾ ਦੇਣਾ ਨਾਰਥ ਪੰਜਾਬ ਦੇ ਵਿੱਚ ਉਹ ਜਿਹੜੇ ਲੀਡਰਾਂ ਕੋਲ ਜਾਂਦੇ ਰਹੇ ਉਹਨੂੰ ਦਿਹਾੜੀ ਨੇ ਸਾਰੇ ਬਾਦਲ ਸਾਹਿਬ ਦੂਆ ਉਹ ਸਾਰੇ ਉਹ ਅਗਲੀ ਵਾਰੀ ਆਉਂਗੇ ਜੀ ਫਿਰ ਕਰ ਲਿਓ ਅਗਲੀ ਵਾਰੀ ਆਉਂ ਕਰ ਲਿਓ ਉਹ ਹੁਣ ਤੁਸੀਂ ਬੁਰਾ ਹਾਲ ਤੁਹਾਡਾ ਇਲੈਕਸ਼ਨ ਵੀ ਨਹੀਂ ਹੋਇਆ ਤੁਹਾਨੂੰ ਬੜੇ ਸ਼ਰਮ ਆਉਂਦੀ ਆ ਸਾਨੂੰ ਬੈਠਿਆਂ ਨੂੰ ਸ਼ਰਮ ਆਉਂਦੀ ਆ ਛੋਟੇ ਗੱਲਾਂ ਨੇ ਇਹ ਜੇ ਆਪਾਂ ਉਹਨਾਂ ਨੂੰ ਠੀਕ ਨਹੀਂ ਕਰਾਂਗੇ ਤਾਂ ਅਸੀਂ ਨਹੀਂ ਅਪਰੋਚ ਕਰਾਂਗੇ ਹਰਭਜਨ ਸਮਰਾ ਹੁਣ ਇੰਡੀਆ ਜਾਣ ਨੂੰ ਕਹਿੰਦਾ ਮੈਂ ਉੱਥੇ ਸ਼ੁਰੂ ਕਰ ਦਿੰਦਾ ਹੈਗਾ ਆਪਣੇ ਫੂਡ ਪ੍ਰੋਸੈਸਿੰਗ ਦਾ ਕੰਮ ਜੀਵਨ ਜੀ ਗਿਲ ਜੀ 1 ਮਿੰਟ ਜੀ ਥੈਂਕ ਯੂ ਕਾਫੀ ਚੰਗੀ ਡਿਸਕਸ਼ਨ ਰਹੀ ਹੈਗੀ ਆ ਇਹਦੇ ਚ 2-3 ਪੁਆਇੰਟ ਜਿਹੜੇ ਹੈਗੇ ਆ ਮੇਨ ਉੱਭਰ ਕੇ ਆਉਂਦੇ ਹੈਗੇ ਆ ਸਰਵਾਈਵ ਇੰਡੀਆ ਉਹਦੇ ਵਾਸਤੇ ਉਹਨਾਂ ਨੂੰ ਇਕੱਠੇ ਯੂਨਿਟ ਉਹਦੇ ਵਾਸਤੇ ਸਾਰੇ ਧਰਮਾਂ ਨੂੰ ਸਾਰੇ ਰਿਲੀਜੀਅਸ ਗਰੁੱਪਸ ਨੂੰ ਨਾਲ ਲੈ ਕੇ ਚੱਲਣਾ ਪੈਣਾ ਹੈਗਾ ਜੇ ਅਸੀਂ ਡਿਵਾਈਡ ਐਂਡ ਰੂਲ ਕਰਾਂਗੇ ਉਹਦੇ ਚ ਲੌਂਗ ਰਨ ਦੇ ਵਿੱਚ ਜੋ ਕੁਛ ਰਸ਼ੀਆ 'ਚ ਹੋਇਆ ਉਹੋ ਜਿਹਾ ਸਿਨੈਰੀਓ ਬਣ ਸਕਦਾ ਹੈਗਾ ਤੇ ਇਸ ਚੀਜ਼ ਵਾਸਤੇ ਵੀ ਜਿਹੜੇ ਸਾਨੂੰ ਵੀ ਸਾਰਿਆਂ ਨੂੰ ਪਤਾ ਹੈਗਾ ਪੋਲੀਟੀਸ਼ੀਅਨ ਹੈਗੇ ਆ ਉਹ ਆਪਦੇ ਬਾਰੇ ਸੋਚਦੇ ਹੈਗੇ ਉਹ ਕੰਟਰੀ ਬਾਰੇ ਨਹੀਂ ਸੋਚਦੇ ਨਾ ਕਿਸੇ ਪ੍ਰੋਵਿੰਸ ਬਾਰੇ ਸੋਚਦੇ ਹੈਗੇ ਆ ਉਹ ਚੀਜ਼ ਚੇਂਜ ਹੋਣੀ ਚਾਹੀਦੀ ਹੈਗੀ ਆ ਉਹ ਚੇਂਜ ਅਸੀਂ ਦੇਖਦੇ ਹੈਗੇ ਆ ਇਹ ਕੁਛ ਚਾਹੇ ਚੇਤਨਾ ਕਹਿ ਲਓ ਵੀ ਜਿਹੜੀ ਕਿਸਾਨਾਂ ਨੇ ਲਿਆਂਦੀ ਸੀਗੀ ਉਸ ਚੀਜ਼ ਨੂੰ ਹਾਊ ਵੀ ਕੈਨ ਬੀ ਯੂਨਾਈਟਿਡ ਔਨ ਵਨ ਪਾਰਟਿਕੂਲਰ ਸੈਗਮੈਂਟ
ਉਹ ਉਸ ਹਿਸਾਬ ਨਾਲ ਵੀ ਜੇ ਸਾਰੀ ਕਮਿਊਨਿਟੀਆਂ ਇਕੱਠੀਆਂ ਹੋ ਕੇ ਚੱਲਣਗੀਆਂ ਤਾਂ ਉਹਦੇ ਨਾਲ ਇੰਡੀਆ ਦੀ ਬੈਟਰਮੈਂਟ ਹੋਣੀ ਹੈਗੀ ਆ। ਤਾਂ that is what we are looking forward to see as a NRI, that India grows and every people enjoys their life there and they can be successful in the world market. ਬਿਊਟੀਫੁਲ। ਜੀਵਨ ਜੀ ਪੋਲੀਟੀਸ਼ੀਅਨ ਨੇ ਬੜੇ ਮਸ਼ਹੂਰ ਅੱਜ ਕੱਲ ਤੇ ਕੈਨੇਡਾ ਦਾ ਐਕਸਪੀਰੀਅੰਸ ਦੱਸ ਰਹੇ ਨੇ। ਅੱਛਾ ਹੁਣ ਕੁਮਾਰ ਸਾਹਿਬ 1 ਮਿੰਟ ਚ ਕਲੋਜ਼ ਕਰ ਦਿਓ ਪਲੀਜ਼। ਕੁਮਾਰ ਸਾਹਿਬ। ਹਾਂਜੀ ਨਹੀਂ ਜੋ ਜੀਵਨ ਜੀ ਨੇ ਦੇਰ ਇਜ਼ ਨੋ ਕੁਐਸਚਨ ਇਕਨੋਮੀ ਦੀ ਤਾਂ ਸਾਨੂੰ ਇੰਡੀਆ ਦੇ ਵਿੱਚ ਜ਼ਰੂਰਤ ਨੇ ਤਾਂ ਲੋਕਾਂ ਨੇ ਆਪਸ ਦੇ ਵਿੱਚ ਹੀ ਇਹਨਾਂ ਨੂੰ ਫਿਰ ਪੋਲੀਟੀਕਲ ਜਿਹੜਾ ਕਲਚਰ ਆ ਪੋਲੀਟੀਕਲ ਗੈਂਗ ਆ ਉਹਨੂੰ ਖਤਮ ਕਰ ਦੇਣਾ। then India won't be India anymore. Yes. You know, and the same thing is ਤੁਸੀਂ ਦੇਖਦੇ ਹੋ ਉੱਥੇ ਅਮਰੀਕਾ 'ਚ ਵੀ ਬੈਠੇ what is happening with Biden and Trump supporters. Yeah. So we need to focus on the well-being of all Indians, not only Hindus, not only Sikhs, not only Muslims, all Indians. We are all together into it, and that's the message we need to convey collectively from all of us. Yeah, right. Beautiful. ਚੀਮਾ ਸਾਹਿਬ ਕਲੋਜ਼ ਕਰ ਦਿਓ। ਉਹਨਾਂ ਦਾ ਹੀ ਸੁਣਦਾ ਮੈਨੂੰ ਪ੍ਰੋਵਾਈਡ ਕਰਦੇ ਵੀ ਸਾਨੂੰ ਦੱਸ ਦਿੱਤਾ। ਬਸ ਇਹੀ ਹੈ ਕਿ ਆਪਾਂ ਜੇ ਪੋਜ਼ਿਟਿਵਲੀ ਸੋਚਣਾ ਤੇ ਇਹ ਹੈ ਕਿ ਵਨ ਸਾਈਡਡ ਏਜੰਡਾ ਨਹੀਂ ਹੋਣਾ ਚਾਹੀਦਾ। ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਪਾਰਟੀਆਂ ਸਾਰਿਆਂ ਨੇ ਮਿਸਯੂਜ਼ ਕੀਤਾ, ਸਾਰਿਆਂ ਨੇ ਡਿਵਾਈਡ ਕੀਤਾ, ਕਦੇ ਕਿਸੇ ਬੇਸ ਤੇ ਕਦੇ ਕਿਸੇ ਬੇਸ ਤੇ। ਬਸ ਇਹਨਾਂ ਦਾ ਸਿਰਫ ਇਹੀ ਫਰਕ ਹੈ ਕਿ ਇਹਨਾਂ ਦਾ 1 ਪੁਆਇੰਟ ਪ੍ਰੋਗਰਾਮ ਹੈਗਾ। ਉਹ ਏਜੰਡਾ ਜਿਹੜਾ ਉਹ ਨਾ ਅਸੀਂ ਟੋਟਲੀ ਡਿਸਐਗਰੀ ਉਹ ਗਲਤ ਕਰਦੇ, ਜਿਹੜਾ ਕੰਟਰੀ ਨੂੰ ਵਨ ਸਾਈਡ ਲਿਜਾਣ ਦੀ ਚਾਹੁੰਦੇ, ਬਾਕੀ ਸਾਰਿਆਂ ਨੂੰ ਅਬਜ਼ੌਰਬ ਕਰਕੇ ਜਾਂ ਖਤਮ ਕਰਕੇ ਅਬਜ਼ੌਰਬ ਕਰਨਾ ਵੀ ਹੈ। ਸੋ ਉਹ ਏਜੰਡਾ ਜਿਹੜਾ ਠੀਕ ਨਹੀਂ। ਉਹ ਅਲਟੀਮੇਟਲੀ ਦੈਟ ਸਕਸੀਡਸ ਨੇਸ਼ਨ ਵਿਲ ਬ੍ਰੇਕ। ਬਿਊਟੀਫੁਲ, ਥੈਂਕ ਯੂ ਜੀ। ਆਪਣੇ ਸਮਰਾ ਜੀ, ਹਰਭਜਨ ਸਮਰਾ। ਹਾਂਜੀ, ਆਈ ਐਗਰੀ ਵਿਦ ਗੁਪਤਾ ਜੀ। ਪਹਿਲੀ ਜਿਹੜੀ ਉੱਥੇ ਇਕਨੋਮਿਕ ਡਿਵੈਲਪਮੈਂਟ ਹੋ ਜਾਏ, ਪਾਰਟੀ ਜਿਹੜੀ ਮਰਜ਼ੀ ਆ ਜਾਏ, ਇੱਕ ਤਾਂ ਲੋਕਾਂ ਦਾ ਜਿਹੜੀ ਬੇਸਿਕ ਉਹਨਾਂ ਦੀਆਂ ਨੀਡਸ ਆ ਉਹ ਪੂਰੀਆਂ ਹੋ ਜਾਣ। ਨੰਬਰ 2 ਤੇ ਜਿਹੜੀ ਬੇਸਿਕ ਐਜੂਕੇਸ਼ਨ ਹੈ ਲੋਕਾਂ 'ਚ ਉਹ ਆ ਜਾਏ। If these 2 points they do, and that's what these conventional political leaders they are scared of, because then they have to bring ਮੁੱਦੇ, ਕਿਉਂਕਿ ਹੁਣ ਉਹਨਾਂ ਦਾ ਮੁੱਦਿਆਂ ਤੋਂ ਬਿਨਾਂ ਸਰੀ ਜਾਂਦਾ, ਡਿਵਾਈਡ ਕਰਕੇ ਸਰੀ ਜਾਂਦਾ। ਫਿਰ ਉਹਨਾਂ ਨੂੰ ਰੋਜ਼ ਦੀ ਰੋਜ਼ ਨਵੀਆਂ ਇਨਵੈਂਸ਼ਨਸ ਕਰਨੀਆਂ ਪੈਣੀਆਂ। They are not capable of doing that. ਅਗਰ ਇਹ 2 ਚੀਜ਼ਾਂ ਤੇ ਪਾਰਟੀ ਕੋਈ ਵੀ ਆ ਜਾਏ, we don't mind, we will like BJP if they can do that. ਜਿੱਥੇ ਲੋਕਾਂ ਨੂੰ ਰੋਜੀ ਰੋਟੀ ਮਿਲ ਜਾਏ ਤੇ ਨਾਲ ਬੇਸਿਕ ਐਜੂਕੇਸ਼ਨ ਤੇ ਹੈਲਥ ਦਾ ਜਿਹੜਾ ਬੰਦਾ ਵੀ ਲੈ ਆਉਂਦਾ ਆ ਸੋਲਵ ਕਰ ਦਿੰਦਾ ਇਸ਼ੂ। That's what is the real party for Punjab or for the whole country. And that's how they can unite then there is no Hindu, Muslim, Sikh, then they all will be happy, united. No, please. ਅੱਛਾ ਚੰਜੀ ਜੀ, ਤੁਸੀਂ ਕੰਕਲੂਜਨ ਕੱਢ ਦਿਓ। ਮੇਰੀ ਗੱਲ ਸੁਣੋ, ਤੁਸੀਂ ਮੇਰੇ ਸੁਣਦਾ ਆਵਾਜ਼ ਆਉਂਦੀ ਹੈ ਤੁਹਾਨੂੰ? ਅੱਛਾ, ਆਵਾਜ਼ ਆ ਰਹੀ ਆ? ਸੁਣਦਾ, ਮੈਨੂੰ ਸੁਣੀ ਜਾਂਦਾ ਤੁਹਾਡਾ। ਤੁਸੀਂ ਮੇਰਾ ਸੁਣਦਾ ਨਹੀਂ ਤੁਹਾਨੂੰ। ਨਹੀਂ ਸੁਣੋ, ਮੇਰੀ ਗੱਲ ਸੁਣੋ। ਸਾਹਮਣੇ ਮੇਰੇ ਵੀ ਨਹੀਂ ਚਾਕੋ ਤੁਸੀਂ। ਅੱਛਾ, ਹੁਣ ਇਹ ਬੋਲਣਾ ਇਹ ਹੈਗਾ ਕਿ ਅਸੀਂ ਮੋਦੀ ਸਾਹਿਬ ਨੂੰ ਸੁਨੇਹਾ ਭੇਜ ਰਹੇ ਹਾਂ ਵੀ ਸਾਰਿਆਂ ਰਲ ਕੇ ਜੱਫੀਆਂ ਸਿੱਖਾਂ ਨਾਲ ਪਾਓ, ਮੁਸਲਮਾਨਾਂ ਨਾਲ ਵੀ ਪਾਓ, ਸਾਰੇ ਬਣ ਕੇ ਅਸੀਂ ਉੱਥੇ ਮੈਨੂਫੈਕਚਰ ਕੰਮ ਵਧੀਆ ਫੂਡ ਪ੍ਰੋਸੈਸਿੰਗ ਕਰੀਏ। ਤੁਸੀਂ ਬੜੇ ਫਾਰਮਰ ਹੈਗੇ ਹੋ, ਤੁਸੀਂ ਫੂਡ ਪ੍ਰੋਸੈਸਿੰਗ ਦਾ ਸਟਾਰਟ ਕਰਨਾ ਹੈਗਾ ਉੱਥੇ, ਠੀਕ ਨਹੀਂ? ਮੈਂ ਤੁਹਾਨੂੰ ਅੱਗੇ ਜਿੰਨੀ ਵਾਰ ਮਿਲਿਆ। ਹਾਂ ਬੋਲੋ। ਤੇਰੇ ਤੇ ਮੇਰੇ ਵਿਚਾਲੇ ਹਲਵਾਰੇ ਵੱਡਾ ਅੱਡਾ ਬਣ ਗਿਆ। ਅੱਛਾ, ਫਿਰ ਠੀਕ ਆ। ਓਕੇ, 에어ਪੋਰਟ ਬਣ ਗਿਆ। ਵੈਰੀ ਗੁੱਡ। ਓਕੇ, ਉੱਥੇ ਉਹਦੇ ਆਲੇ ਦੁਆਲੇ ਸਾਰੇ ਪ੍ਰੋਸੈਸਿੰਗ ਜਿਹੜੀ ਸਬਜ਼ੀ ਹੈ, ਫਰੂਟ ਹੈ, ਹਾਂ ਸਾਰਾ ਉੱਥੋਂ ਜਾਇਆ ਕਰਨਾ ਹੈ। ਨਹੀਂ ਹੋਊ ਤਾਂ ਲੈ ਲਾਂਗੇ, ਵੱਡੀ ਲੈ ਲਾਂਗੇ, ਉੱਥੇ ਫਿਕਰ ਨਾ ਕਰੋ, ਸਮਰਾ ਨੂੰ ਪਤਾ ਸਾਰਾ ਕੰਮ। ਅੱਛਾ, ਤੇਰਾ ਕਲੋਜ਼ ਕਰਦੇ ਆ ਡਾਕਟਰ ਪ੍ਰਵੀਨ ਜੀ, ਪਲੀਜ਼ ਕਲੋਜ਼ ਕਰੋ। ਹਾਂਜੀ, ਜਿੱਥੇ ਤਾਂ ਆਪਾਂ ਪੰਜਾਬ ਦੀ ਗੱਲ ਕਰਦੇ ਆ, ਆਪਾਂ ਪੰਜਾਬੀਅਤ ਦੀ ਗੱਲ ਕਰੀਏ ਪਹਿਲਾਂ। ਇੰਡੀਆ ਦੀ ਨਾਲ ਕਰਨੀ ਆ, ਇੰਡੀਆ ਨਾਲ ਆ। ਪਹਿਲਾਂ ਆਪਾਂ ਸਾਰੇ ਪੰਜਾਬੀ ਬੈਠੇ ਆ, ਸਾਡੇ ਸਾਰਿਆਂ ਦੇ ਵਿਚਾਰ ਠੀਕ ਹੈ, ਅਸੀਂ ਇੱਕ ਦੂਜੇ ਨਾਲ ਡਿਸਐਗਰੀ ਕਰਦੇ ਆ, ਪਰ ਆਪਾਂ ਸਾਰੇ ਪੰਜਾਬ ਦੇ ਵੈਲ ਵਿਸ਼ਰ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਇਕਨੋਮੀ ਵਧੇ, ਪੰਜਾਬ ਦੇ ਵਿੱਚ ਸਿਕਿਉਰਿਟੀ ਹੋਵੇ, ਪੰਜਾਬ ਦੇ ਵਿੱਚ ਕੋਈ ਦੰਗਾ ਫਸਾਦ ਨਾ ਹੋਵੇ, ਸਾਰਿਆਂ ਦਾ ਪ੍ਰੋਗਰੈਸ ਹੋਵੇ। ਇਹੀ ਜਿਹੜਾ ਕਨਸੈਪਟ ਹੈਗਾ ਸਾਰੇ ਇੰਡੀਆ ਦੇ ਵਿੱਚ ਚਾਹੀਦਾ ਹੈਗਾ ਵਾ। ਇਹ ਸਾਡਾ ਸਮਾਜ ਜਿਹੜਾ ਐਜ਼ ਅ ਹੋਲ, ਅਸੀਂ ਆਪਣੇ ਆਪ ਨੂੰ ਜੀ ਇਹ ਸ਼ੂਦਰ ਵੈ, ਇਹ ਫਲਾਨਾ ਕਾਸਟ ਹੈ, ਧਿਮਕਾ ਫਲਾਨਾ,
ਉਹ ਐਂਡ ਕਰਨ ਦੀ ਜ਼ਰੂਰਤ ਹੈ। ਔਰ NRI ਦਾ ਸਾਡਾ ਮੈਸੇਜ ਆਹੀ ਹੋਣਾ ਚਾਹੀਦਾ, ਚਾਹੇ ਅਸੀਂ ਪੋਲੀਟੀਕਲੀ ਡਿਸਕੋਰਸ ਅਸੀਂ ਡਿਸਐਗਰੀ ਕਰਦੇ ਹਾਂ, ਬਟ ਆਰ ਏਮ ਬੇਸਿਕਲੀ ਇਜ਼ ਦ ਸੇਮ। We are all well wishers of India, and we want the country to progress economically and be a strong power in the world. Beautiful. Thank you very much, Dr. ਸਾਹਿਬ। ਅਸੀਂ ਕੋਸ਼ਿਸ਼ ਕਰਾਂਗੇ 6 ਮਹੀਨੇ ਦੇ ਵਿੱਚ ਬੜੀ ਪ੍ਰੋਗਰੈਸ ਕਰ ਦੇਣੀ ਆ। ਪਸ਼ੌਰਾ ਸਿੰਘ ਜੀ ਕਲੋਜ਼ ਕਰ ਦਿਓ ਹੁਣ ਤੁਸੀਂ। As we are coming towards conclusion, ਪੰਜਾਬੀ ਚ ਕਰ ਦਿਓ, ਪੰਜਾਬੀ ਪਿਆਰ ਨਾਲ, ਪੰਜਾਬੀ ਪਿਆਰ ਨਾਲ। ਲੱਗਦਾ ਇਹ ਹੈ ਕਿ ਸਾਰੇ ਸਪੀਕਰ ਜਿਹੜੇ ਆ ਇਹ ਗੱਲ ਤੇ ਸਹਿਮਤ ਲੱਗਦੇ ਆ ਕਿ ਜਿਹੜੀ ਪ੍ਰੋਬਲਮ ਆ ਉਹ ਡਿਵਾਈਡ ਐਂਡ ਰੂਲ ਦੀ ਹੈਗੀ ਆ, ਜਿਸ ਕਰਕੇ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਉਹਨਾਂ ਨੂੰ ਪਾੜ ਕੇ ਰੱਖਿਆ ਜਾਂਦਾ। ਔਰ ਇਹ ਪ੍ਰੋਸੈਸ ਜਿਹੜਾ ਸੀ ਉਹ BJP ਨੇ ਪਿਛਲੇ 7 ਸਾਲਾਂ ਦੇ ਵਿੱਚ ਬਹੁਤ ਐਕਸਲਰੇਟ ਕਰ ਦਿੱਤਾ, ਤਾਂ ਕਰਕੇ ਇਹਨਾਂ ਤੇ ਫੋਕਸ ਹੋ ਰਿਹਾ। But I don't want to end this conclusion, this debate in a pessimistic note. What I say to you is, coming back to the Chetna again, ਕੰਮ ਜਿਹੜਾ ਸੋਲੂਸ਼ਨ ਜਿਹਨੇ ਕਰਨਾ ਆ ਉਹ ਚੇਤਨਾ ਹੀ ਹੈ। ਚੇਤਨਾ ਹੀ ਜਿਹੜਾ ਜਦੋਂ ਬੰਦਿਆਂ ਦੇ ਵਿੱਚ ਆਏਗੀ ਨਾ ਤੇ ਉਹਨਾਂ ਨੇ ਇਸ ਸਮਾਜ ਨੂੰ ਬਦਲਣਾ। But the good thing is ਵੀ ਆਪਾਂ ਇਹ ਕਹਿੰਦੇ ਕਿ ਕਲੋਨੀਅਲ ਰੂਲ ਸੀ ਜਿਹੜਾ ਅੰਗਰੇਜ਼ਾਂ ਨੇ 200 ਸਾਲ ਰਾਜ ਕੀਤਾ, ਔਰ 200 ਸਾਲ ਬਾਅਦ ਹਿੰਦੁਸਤਾਨੀਆਂ ਨੂੰ ਪਤਾ ਲੱਗਾ ਵੀ ਇਹ ਡਿਵਾਈਡ ਐਂਡ ਰੂਲ ਹੈ, ਔਰ ਚੇਤਨਾ ਜਾਗੀ। ਔਰ ਉਹ ਚੇਤਨਾ ਪੰਜਾਬ ਚੋਂ ਜਾਗੀ, ਉਹਨੇ ਜਿਹੜਾ ਨਾ ਉਹ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ। ਇਸੇ ਤਰ੍ਹਾਂ ਹੀ ਇਹ ਜਿਹੜੀ ਆ ਖੁਸ਼ਕਿਸਮਤੀ ਇਹ ਆ ਕਿ ਉੱਥੇ 200 ਸਾਲ ਲੱਗਾ ਹਿੰਦੁਸਤਾਨੀਆਂ ਨੂੰ ਉਹ ਚੇਤਨਾ ਜਗਾਉਣ। ਚੇਤਨਾ ਦੀ ਪ੍ਰੋਬਲਮ ਇਹ ਹੈ ਵੀ ਇਹਨੂੰ ਜਗਾਉਣਾ ਪੈਂਦਾ। ਇਹ ਗਰੇਵਾਲ ਸਾਹਿਬ ਸੌ ਜਾਂਦੀ ਹੈ ਇਹਨੂੰ, ਉਹ ਉਦੋਂ 200 ਸਾਲ ਲੱਗਾ ਸੀ। ਹੁਣ ਚੰਗੀ ਗੱਲ ਹੈ ਵੀ ਮੋਦੀ ਸਾਹਿਬ ਦੀ ਜਾਂ BJP ਦੀ ਮਿਹਰਬਾਨੀ ਕਰਕੇ ਉਹ 7 ਸਾਲਾਂ ਦੇ ਵਿੱਚ ਹੀ ਲੋਕਾਂ ਨੇ ਜਿਹੜੀ ਹੈ ਨਾ ਉਹ ਚੇਤਨਾ ਨੂੰ ਜਗਾਉਣਾ ਪਿਆ, ਔਰ ਫਾਰਮਰਸ ਨੇ ਜਿਹੜਾ ਦੇ ਟੂ ਕੇ ਲੀਡ ਇਨ ਇਟ। ਹੁਣ ਉਹ ਜੇ ਉਹ ਜਾਗ ਪਈ ਹੈ ਤੇ ਯੂ ਵਿਲ ਸੀ there will be a change, and I totally agree with the ਜੀਵਨ ਗਿੱਲ ਜਦੋਂ ਉਹਨਾਂ ਨੇ ਆਖਿਆ ਕਿ ਇਹ ਹੁਣ ਜਿਹੜਾ ਹੈ ਨਾ ਤੇ it is already on the march, so the change is on the way. This election will tell you ਤੇ ਉਹ ਚੇਤਨਾ is working behind it. Beautiful. Thank you ਜੀ everybody. I'm proud of that ਕਿਉਂਕਿ ਮੈਂ ਬੜਾ ਕੋਸ਼ਿਸ਼ ਕਰ ਰਿਹਾ ਬੈਠੇ ਕੈਨੇਡਾ ਦੇ ਵਿੱਚ ਤੇ ਸਾਰੇ ਵਕੀਲ ਬੈਠੇ ਆ, ਡਾਕਟਰ ਬੈਠੇ ਨੇ ਤੇ ਪ੍ਰੋਫੈਸਰ ਯੂਨੀਵਰਸਿਟੀ ਦੇ ਬੈਠੇ ਨੇ, ਫਾਰਮਰ ਆਪਣੇ ਮਾਸਟਰ ਇਕਨੋਮਿਕਸ ਸਮਰਾ ਸਾਹਿਬ ਬੈਠੇ ਆ, ਹਮੇਸ਼ ਡਾਕਟਰ ਸਾਹਿਬ ਬੈਠੇ ਆ। I think our message will be convey in future। ਅਸੀਂ more and more strong ਬੰਦਿਆਂ ਨੂੰ ਨਾਲ ਲੈ ਕੇ ਆਈਏ ਹੋਰਾਂ ਨੂੰ, ਤਾਂ ਕਿ we will continue on that. Thank you very much. I appreciate for that. God bless you. Thank you. Nice seeing all of you. Thank you, everyone. Good night.